ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ਼੍ਰੀ ਨਾਨਕ ਪਾਦ ਪੰਕਜ ਬੰਦਨ, ਪਾਦ ਪੰਕਜ ਬੰਦਨ। ਸਿਮਰਉ ਅੰਗਦ ਦੁਖ ਨਿਕੰਦਨ, ਗੁਰ ਅਮਰਦਾਸ ਹਿਰਦੈ ਨਿਤ ਧਿਆਨ। ਸ਼੍ਰੀ ਗੁਰੂ ਰਾਮਦਾਸ ਗੁਣ ਗਾਓ। ਗੁਰ ਅਰਜਨ ਵਿਗਨਨ ਕੇ ਨਾਸ਼ਕ, ਵਿਗਨਨ ਕੇ ਨਾਸ਼ਕ। ਸ਼੍ਰੀ ਹਰਿਗੋਬਿੰਦ ਸੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ। ਗੁਰ ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਰੁ ਤਰਾ ਤਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਤ, ਬੰਦੋਂ ਕਰ ਅਨਰਾਗ। ਏਕੰਕਾਰ ਸਤਿਗੁਰੂ, ਤੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ। ਅਗਨ ਭੰਗ ਪ੍ਰੰਗ ਭੈ ਵਿਦ ਜੰਗ, ਕਿਲੇ ਭੱਟ ਸੰਗ ਗਿਰਾਏ। ਬੀਜ ਸਾਚਰੀ ਨਾਸ ਕਰੇ, ਅੰਧਕਾਰ ਮਹਾ ਅਰ ਧੂਲ ਉਡਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀ ਦੇ ਮਾਲਕ ਭਗਤ ਵਸ਼ਲ 10 ਗੁਰੂ ਸਾਹਿਬਾਨ ਦੇ ਆਤਮਿਕ ਸਵਰੂਪ, ਗਿਆਨ ਦੇ ਸਾਗਰ, ਕਲਯੁਗੀ ਜੀਵਾਂ ਨੂੰ ਤਾਰਨਹਾਰੇ ਪਾਤਸ਼ਾਹ
ਜਗਤ ਗੁਰੂ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਤਿੰਨਾਂ ਦੀ ਪਵਿੱਤਰ ਹਜ਼ੂਰੀ ਔਰ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਔਰ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਤਿੰਨਾਂ ਦੇ ਮਹਾਨ ਇਤਿਹਾਸਕ ਅਸਥਾਨ ਗੁਰਦੁਆਰਾ ਸ਼੍ਰੀ ਛੇਹਰਟਾ ਸਾਹਿਬ ਵਿਖੇ ਰੋਜ਼ਾਨਾ ਦੀ ਤਰ੍ਹਾਂ ਸ਼ਾਮ ਦੇ ਵੇਲੇ ਦੇ ਦੀਵਾਨਾਂ ਦਾ ਆਗਾਜ਼ ਆਰੰਭਤਾ ਹੋਈ ਹੈ। ਆਓ ਸਭ ਤੋਂ ਪਹਿਲਾਂ ਸ਼ਾਮ ਵੇਲੇ ਅਸੀਂ ਗੁਰ ਇਤਿਹਾਸ ਲੜੀਵਾਰ ਸਰਵਣ ਕਰਦੇ ਹਾਂ। ਉਪਰੰਤ ਆਪ ਜੀ ਗੁਰਬਾਣੀ ਦਾ ਕੀਰਤਨ ਔਰ ਅੰਮ੍ਰਿਤ ਬਾਣੀ ਦਾ ਪਾਠ ਸਰਵਣ ਕਰਦੇ ਹੋ। ਸਤਿਗੁਰੂ ਜੀ ਰਹਿਮਤ ਕਰਨ, ਇਕਾਗਰਤਾ ਦੇ ਨਾਲ ਸਤ ਸੰਗਤ ਕਰਨ ਦਾ ਸੁਭਾਗ ਬਖਸ਼ਿਸ਼ ਕਰਨ। ਚੱਲ ਰਹੀ ਗੁਰ ਇਤਿਹਾਸ ਦੀ ਲੜੀ ਦੇ ਵਿੱਚ ਆਪਾਂ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਤੀਸਰਾ ਜੰਗ ਸਰਵਣ ਕਰ ਰਹੇ ਹਾਂ ਔਰ ਇਸ ਜੰਗ ਦਾ ਕਾਰਨ ਇਹ ਬਣਿਆ ਹੈ ਕਿ ਬਾਬਾ ਬਿਧੀ ਚੰਦ ਜੀ ਛੇਵੇਂ ਪਾਤਸ਼ਾਹ ਜੀ ਦੀ ਜੋ ਭੇਟਾ ਦੇ ਵਿੱਚ ਘੋੜੇ ਆ ਰਹੇ ਸਨ, ਉਹ ਬਾਦਸ਼ਾਹ ਨੇ ਖੋਏ ਸਨ। ਵਾਰੀ ਜਾ ਕਰਕੇ ਬਾਬਾ ਬਿਧੀ ਚੰਦ ਜੀ ਉਹ ਘੋੜੇ ਬਾਦਸ਼ਾਹ ਦੇ ਕਿਲ੍ਹੇ ਦੇ ਵਿੱਚੋਂ ਲੈ ਆਏ ਸਨ, ਜਿਸ ਕਰਕੇ ਬਾਦਸ਼ਾਹ ਬੜੇ ਗੁੱਸੇ ਦੇ ਵਿੱਚ, ਹੰਕਾਰ ਦੇ ਵਿੱਚ ਆਇਆ ਹੈ ਤੇ ਬਹੁਤ ਵੱਡੀ ਸੈਨਾ ਲੱਲਾ ਬੇਗ ਜਿਹੜਾ ਉਹਦਾ ਜਰਨੈਲ ਹੈ, ਉਹਦੀ ਕਮਾਂਡ ਦੇ ਥੱਲੇ ਵੱਡਾ ਜਿਹੜਾ ਦਲ ਹੈ ਜਿਹਦੀ ਗਿਣਤੀ 35,000 ਦੇ ਕਰੀਬ ਹੈ, ਉਹ ਭੇਜਿਆ ਹੈ। ਤੇ ਲਗਾਤਾਰ ਹਾਜ਼ਰੀ ਭਰਨ ਵਾਲੀ ਸੰਗਤ ਆਪ ਸਾਰੇ ਇਤਿਹਾਸ ਤੋਂ ਜਾਣੂ ਹੋ ਕਿ ਬਾਦਸ਼ਾਹ ਨੇ ਇੱਕ ਖਾਸ ਹਦਾਇਤ ਕੀਤੀ ਸੀਗੀ ਕਿ ਰਸਤੇ ਦੇ ਵਿੱਚ ਜ਼ਿਆਦਾ ਸਮਾਂ ਰੁਕਣਾ ਨਹੀਂ ਹੈ, ਜਿੰਨੀ ਤੇਜ਼ੀ ਦੇ ਨਾਲ ਜਾਇਆ ਜਾਏ, ਦਿਨ ਰਾਤ ਸਫ਼ਰ ਕਰਕੇ ਤੇ ਪਹੁੰਚਣਾ ਹੈ। ਛੇਤੀ ਘੋੜੇ ਸਤਿਗੁਰਾਂ ਤੋਂ ਖੋਹ ਕਰਕੇ ਔਰ ਇੱਥੋਂ ਤੱਕ ਪਾਤਸ਼ਾਹ ਜੀ ਨੂੰ ਗ੍ਰਿਫਤਾਰ ਕਰਕੇ ਮੇਰੇ ਸਾਹਮਣੇ ਪੇਸ਼ ਕਰਨਾ ਹੈ। ਇਹ ਫੌਜ ਦਿਨ ਰਾਤ ਸਫ਼ਰ ਤੈਅ ਕਰਕੇ ਲਗਾਤਾਰ ਗਰੀਬ ਨਿਵਾਜ ਛੇਵੇਂ ਪਾਤਸ਼ਾਹ ਜੀ ਮਾਲਵੇ ਦੀ ਧਰਤੀ 'ਤੇ ਕਾਂਗੜ ਪਿੰਡ ਦੇ ਕੋਲ, ਜਿੱਥੇ ਹੁਣ ਮਹਿਰਾਜ ਪਿੰਡ ਹੈ, ਉੱਥੇ ਗੁਰੂਸਰ ਇੱਕ ਸਰੋਵਰ ਹੈ, ਇੱਕ ਤਲਾਬ ਹੈ, ਉੱਥੇ ਸਤਿਗੁਰਾਂ ਨੇ ਮੋਰਚਾਬੰਦੀ ਪਹਿਲਾਂ ਹੀ ਕਰ ਲਈ ਹੈ। ਰਾਏ ਜੋਧ ਨਾਲ ਹੈ। ਗੁਰੂ ਕੇ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ 4000 ਦੀ ਸੈਨਾ ਹੈ। ਸੈਨਾ ਭਾਵੇਂ ਥੋੜ੍ਹੀ ਹੈ, ਪਰ ਗਰੀਬ ਨਿਵਾਜ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਵਾਲਾ ਪੱਖ ਪਲੜਾ ਇਸ ਕਰਕੇ ਭਾਰੀ ਹੈ ਕਿਉਂਕਿ ਇੱਕ ਤਾਂ ਇਹਨਾਂ ਨੇ ਪਾਣੀ ਦੇ ਉੱਪਰ ਕਬਜ਼ਾ ਕਰ ਲਿਆ ਆ ਕੇ ਪਹਿਲਾਂ, ਤੇ ਦੂਸਰਾ ਉਹ ਜਿਹੜੀ ਜਗ੍ਹਾ ਹੈ ਉਹਦਾ ਆਸ-ਪਾਸ ਘੁੰਮ ਕੇ ਇੱਕ ਜਿਹੜੀ ਜਗ੍ਹਾ ਹੈ ਉਹਨੂੰ ਮਿਣ ਲਿਆ ਹੈ, ਤੋੜ ਲਿਆ ਹੈ, ਦੇਖ ਲਿਆ ਹੈ ਤੇ ਮੋਰਚਾਬੰਦੀ ਉਸ ਢੰਗ ਦੀ ਕੀਤੀ ਹੋਈ ਹੈ। ਔਰ ਗੁਰੂ ਕੇ ਸੈਨਿਕ ਜਗ੍ਹਾ ਜਗ੍ਹਾ 'ਤੇ ਬੜੇ ਸੁੰਦਰ ਢੰਗ ਦੇ ਨਾਲ ਮੋਰਚਾਬੰਦੀ ਕਰਕੇ ਖੜ੍ਹੇ ਹਨ। ਪੂਰੀ ਤਿਆਰੀ ਕੀਤੀ ਗਈ ਹੈ ਗੁਰੂ ਕੇ ਸੂਰਮਿਆਂ ਦੇ ਵੱਲੋਂ। ਇੱਧਰ ਇਹਨਾਂ ਨੂੰ ਇੰਝ ਲੱਗਦਾ ਸੀਗਾ ਲੱਲਾ ਬੇਗ ਨੂੰ ਕਿ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ 4000 ਦੀ ਇੱਕ ਦੂਤ ਭੇਜ ਕੇ ਤੇ ਪਤਾ ਕਰ ਲਿਆ ਸੀਗਾ ਕਿ ਸਤਿਗੁਰਾਂ ਦੇ ਕੋਲ ਸੈਨਾ ਥੋੜ੍ਹੀ ਹੈ, 4000 ਦੀ, ਤੇ ਮੇਰੇ ਕੋਲ 35,000 ਦੀ ਸੈਨਾ ਹੈ, ਮੈਂ ਤਾਂ ਝੱਟ ਹੀ ਜਿੱਤ ਪ੍ਰਾਪਤ ਕਰ ਲੈਣੀ ਹੈ। ਤੇ ਜਿਉਂ ਹੀ ਇਹ ਸਤਿਗੁਰਾਂ ਦੇ ਕੋਲ ਪਹੁੰਚਿਆ ਹੈ ਦਲ ਲੈ ਕਰਕੇ ਰਾਤ ਵੇਲੇ, ਇਹਨੇ ਫਿਰ ਜੇਰਾ ਨਹੀਂ ਕੀਤਾ, ਉੱਥੇ ਉਡੀਕ ਨਹੀਂ ਕੀਤੀ ਕਿ ਦਿਨ ਚੜ੍ਹ ਲੈਣ ਦਾ। ਇਹਨੇ ਰਾਤ ਵੇਲੇ ਹੀ ਫੈਸਲਾ ਕਰ ਲਿਆ ਕਿ ਸਤਿਗੁਰਾਂ ਦੇ ਉੱਪਰ ਰਾਤ ਹੀ ਹਮਲਾ ਕੀਤਾ ਜਾਵੇ ਤੇ ਦਿਨ ਚੜ੍ਹਨ ਤੋਂ ਪਹਿਲਾਂ ਸਤਿਗੁਰਾਂ ਦੀ ਸੈਨਾ ਖਤਮ ਕਰ ਦਿੱਤੀ ਜਾਏ। ਲੱਲਾ ਬੇਗ ਇਤਨੇ ਹੰਕਾਰ ਦੇ ਵਿੱਚ ਹੈ, ਇਤਨੇ ਜੋਸ਼ ਦੇ ਵਿੱਚ ਹੈ, ਤੇ ਪਰ ਦੂਸਰੇ ਪਾਸੇ ਇਹਦੀ ਜਿਹੜੀ ਸੈਨਾ ਹੈ ਇਹ 2 ਰਾਤਾਂ ਦਾ 3 ਦਿਨਾਂ ਦਾ ਲਗਾਤਾਰ ਸਫ਼ਰ ਤੈਅ ਕਰਕੇ 2 ਦਰਿਆਵਾਂ ਨੂੰ ਪਾਰ ਕਰਕੇ, ਠੰਡ ਦੀ ਰੁੱਤ ਹੈ,
ਤੇ ਲਗਾਤਾਰ ਸਫ਼ਰ ਕਰਦਿਆਂ ਕਰਦਿਆਂ ਥੱਕ ਚੁੱਕੀ ਹੈ, ਨੀਂਦਰੇ ਦੇ ਸਤਾਏ ਹੋਏ ਹਨ, ਭੁੱਖ ਦੇ ਮਾਰੇ ਹੋਏ ਹਨ, ਤੇ ਦੂਸਰੇ ਪਾਸੋਂ ਠੰਡ ਬੜੀ ਹੈ। ਔਰ ਤੀਸਰੀ ਇੱਕ ਸਭ ਤੋਂ ਵੱਡੀ ਜਿਹੜੀ ਨੁਕਸਾਨ ਵਾਲੀ ਗੱਲ ਇਹ ਹੈ, ਇਹਨਾਂ ਨੂੰ ਉਸ ਇਲਾਕੇ ਦਾ ਭੇਤ ਕੋਈ ਨਹੀਂ ਹੈ ਜਿੱਥੇ ਪਹੁੰਚੇ ਹਨ। ਦਿਨ ਚੜ੍ਹ ਲੈਣ ਦਿੰਦੇ ਤੇ ਆਸ-ਪਾਸ ਵੇਖ ਲੈਂਦੇ ਢੰਗ ਤਰੀਕਾ, ਪਰ ਰਾਤ ਵੇਲੇ ਪਹੁੰਚੇ ਹਨ ਤੇ ਹੰਕਾਰ ਇੰਨਾ ਉੱਚਾ ਹੈ ਕਿ ਰਾਤ ਹੀ ਸਤਿਗੁਰਾਂ ਨੂੰ ਖਤਮ ਕਰ ਦਿੱਤਾ ਜਾਏ, ਗੁਰੂ ਕੀ ਸੈਨਾ ਨੂੰ ਖਤਮ ਕਰ ਦਿੱਤਾ ਜਾਏ। ਐਲਾਨ ਕੀਤਾ ਜੰਗ ਦਾ, ਤੇ ਬਹੁਤ ਵੱਡਾ ਦਲ ਜਦੋਂ ਚੜ੍ਹ ਕੇ ਆਇਆ ਤੇ ਇੱਧਰੋਂ ਆਪਾਂ ਇਤਿਹਾਸ ਸਰਵਣ ਕਰ ਰਹੇ ਸੀ ਕਿ ਦੂਸਰੇ ਪਾਸੇ ਗਰੀਬ ਨਿਵਾਜ ਸਤਿਗੁਰਾਂ ਨੇ ਬਹੁਤ ਸੁੰਦਰ ਜਿਹੜੀ ਤਿਆਰੀ ਹੈ, ਮੋਰਚਾਬੰਦੀ ਕੀਤੀ ਹੋਈ ਹੈ। ਗਰੀਬ ਨਿਵਾਜ ਸਤਿਗੁਰਾਂ ਦਾ ਜਰਨੈਲ ਜੋਧ ਸ਼ਾਹ ਇਹ ਅੱਗੇ ਆਇਆ ਹੈ, ਔਰ ਇਹਦਾ ਇੱਕ ਭਰਾ ਹੈ ਸਲੇਮ ਸ਼ਾਹ, ਜਿਹਦਾ ਇਤਿਹਾਸ ਦੇ ਵਿੱਚ ਨਾਮ ਹੈ ਸਲੇਮ ਸ਼ਾਹ। ਰਾਏ ਜੋਧ ਜਿਹੜਾ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸੈਨਾ ਵਾਲੇ ਪਾਸਿਓਂ ਜਰਨੈਲ ਹੈ, ਸੈਨਾਪਤੀ ਹੈ, ਇਹਦਾ ਇੱਕ ਭਰਾ ਹੈ। ਇਹਦੇ ਨਾਲ 400 ਕੋ ਜਵਾਨ ਅੱਗੇ ਗਿਆ ਹੈ। ਉਧਰੋਂ ਲੱਲਾ ਬੇਗ ਇਹਦਾ ਭਰਾ, ਜੰਬਰ ਬੇਗ ਜਿਹਦਾ ਨਾਮ ਹੈ, ਉਹਨੇ ਆਪਣਾ ਜਿਹੜਾ ਭਰਾ ਹੈ ਉਹਦੇ ਥੱਲੇ 7000 ਦੀ ਵੱਡੀ ਜਿਹੜੀ ਫੌਜ ਹੈ ਉਹ ਭੇਜੀ ਹੈ। ਤੇ ਦੋਨਾਂ ਸੈਨਾਪਤੀਆਂ ਦਾ ਤੇ ਦੋਨਾਂ ਦਲਾਂ ਦਾ ਇੱਕ ਬਹੁਤ ਵੱਡਾ ਜਿਹੜਾ ਯੁੱਧ ਹੈ ਉਸ ਵੇਲੇ ਹੋਇਆ ਹੈ। ਰਾਤ ਦਾ ਵੇਲਾ ਸੀਗਾ ਤੇ ਬਾਦਸ਼ਾਹ ਵਾਲਾ ਪਾਸਾ ਜਿਹੜੀ ਸੈਨਾ ਹੈ ਉਹ ਥੱਕੀ ਹੋਣ ਕਰਕੇ ਉਹ ਬਹੁਤੇ, ਕਿਉਂਕਿ ਇੱਕ ਇਲਾਕੇ ਦੇ ਵੀ ਭੇਤੀ ਨਹੀਂ ਹਨ, ਉਸ ਇਲਾਕੇ ਬਾਰੇ ਵੀ ਜਾਣਦੇ ਨਹੀਂ ਹਨ। ਦੂਸਰੇ ਪਾਸੇ ਗੁਰੂ ਕੇ ਜਿਹੜੇ ਜਰਨੈਲ ਸਨ ਉਹਨਾਂ ਚੱਪੇ ਨੂੰ ਸਨ, ਕਈ ਦਿਨ ਪਹਿਲਾਂ ਆ ਕੇ ਉਹਨਾਂ ਨੇ ਮੋਰਚਾਬੰਦੀ ਕੀਤੀ ਹੋਈ ਹੈ। ਇਸ ਕਰਕੇ ਜਿਉਂ ਹੀ ਇਹਨਾਂ ਨੇ ਬਹੁਤ ਵੱਡਾ ਹਮਲਾ, ਲੱਲਾ ਬੇਗ ਦੇ ਸੈਨਾਪਤੀ ਇਹਦੇ ਭਰਾ ਨੇ 7000 ਦੀ ਵੱਡੀ ਫੌਜ ਲੈ ਕੇ ਇੱਕ ਬਹੁਤ ਵੱਡਾ ਹਮਲਾ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸੈਨਾ ਦੇ ਉੱਪਰ ਕੀਤਾ ਹੈ। ਪਰ ਸਤਿਗੁਰਾਂ ਦੀ ਸੈਨਾ ਬੜੇ ਤਰੀਕੇ ਦੇ ਨਾਲ, ਢੰਗ ਦੇ ਨਾਲ ਅੱਗੇ ਖੜੀ ਸੀਗੀ। ਇਹ ਉਹਨਾਂ ਦੇ ਘੇਰੇ ਦੇ ਵਿੱਚ ਜਾ ਕੇ ਫਸ ਗਏ ਹਨ। ਤੇ ਦੂਸਰੇ ਪਾਸੇ ਫਿਰ ਸਲੇਮ ਸ਼ਾਹ ਦੀ ਜਿਹੜੀ ਵੱਡੀ ਫੌਜ ਹੈ ਸਤਿਗੁਰਾਂ ਦੇ ਜਰਨੈਲ ਦੀ, ਇਹਨਾਂ ਦਾ ਬਹੁਤ ਵੱਡਾ ਘਮਸਾਨ ਦਾ ਯੁੱਧ ਹੋਇਆ ਹੈ। ਗੁਰੂ ਕੇ ਸਿੱਖਾਂ ਨੇ ਫਿਰ ਭਾਰੀ ਹਮਲਾ ਕੀਤਾ ਹੈ। ਜੰਗ ਦੇ ਆਰੰਭ ਦੇ ਵਿੱਚ ਹੀ, ਰਾਤ ਵੇਲੇ ਵੀ ਆਪਾਂ ਕੱਲ੍ਹ ਵੀ ਬਚਨ ਸਰਵਣ ਕਰ ਰਹੇ ਸੀ, ਇਹਨਾਂ ਅਸਲ ਦੇ ਵਿੱਚ ਧੋਖਾ ਕੀਤਾ ਹੈ। ਆਪਣੇ ਵੱਲੋਂ ਤਾਂ ਚਤੁਰਾਈ ਕੀਤੀ ਹੈ, ਚਤੁਰਾਈ ਕਿ ਰਾਤ ਰਾਤ ਹੀ ਹਮਲਾ ਕਰ ਦੇਵੋ, ਗੁਰੂ ਕੀ ਸੈਨਾ ਨੂੰ ਪਤਾ ਵੀ ਨਾ ਲੱਗੇ ਤੇ ਦਿਨ ਚੜ੍ਹਨ ਤੋਂ ਪਹਿਲਾਂ ਪਹਿਲਾਂ ਇਹ ਸੰਭਲ ਵੀ ਨਾ ਸਕਣ, ਇਹਨਾਂ ਦੇ ਉੱਪਰ ਵੱਡਾ ਹਮਲਾ ਕਰਕੇ ਤੇ ਖਤਮ ਕਰ ਦਈਏ। ਪਰ ਸਤਿਗੁਰਾਂ ਦੀ ਸੈਨਾ ਸੁਚੇਤ ਸੀਗੀ ਤੇ ਇਹਦੀ ਜਿਹੜੀ ਚਲਾਕੀ ਹੈ, ਲੱਲਾ ਬੇਗ ਦੀ ਜਿਹੜੀ ਚਤੁਰਾਈ ਹੈ, ਚਲਾਕੀ, ਕਈ ਵਾਰੀ ਤਾਂ ਚਲਾਕੀ ਕੰਮ ਕਰ ਜਾਂਦੀ ਹੈ ਤੇ ਕਈ ਵਾਰੀ ਉਲਟ ਵੀ ਪੈ ਜਾਂਦੀ ਹੈ। ਇਹਦੀ ਜਿਹੜੀ ਚਲਾਕੀ ਹੈ ਇਹ ਇਹਦੇ ਹੀ ਉਲਟ ਪੈ ਗਈ ਹੈ, ਕਿਉਂਕਿ ਇਲਾਕੇ ਦੇ ਭੇਤੀ ਨਹੀਂ। ਤੇ ਜੋ ਇਹਨਾਂ ਨੇ ਸੋਚਿਆ ਹੈ ਕਿ ਸਤਿਗੁਰਾਂ ਦੀ ਸੈਨਾ ਤਾਂ ਰਾਤ ਵੇਲਾ ਹੈ, ਅਵੇਸਲੀ ਹੋਏਗੀ, ਸੁੱਤੀ ਹੋਏਗੀ, ਪਰ ਗੁਰੂ ਕੇ ਸਿੱਖ ਜਾਗਦੇ ਸਨ, ਸੁਚੇਤ ਸਨ। ਏਡਾ ਵੱਡਾ ਘਮਸਾਨ ਦਾ ਅੱਗੋਂ ਯੁੱਧ ਕੀਤਾ, ਜਵਾਬ ਦਿੱਤਾ ਹੈ ਬਿਲਕੁਲ ਤਿਆਰ ਬਰ ਤਿਆਰ ਸੂਰਮਿਆਂ ਨੇ। 7000 ਦੀ ਫੌਜ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ। ਗੁਰੂ ਕੇ ਜਰਨੈਲ ਆਪਣੇ ਆਪਣੇ ਢੰਗ ਦੇ ਨਾਲ ਖੜੇ ਸਨ, ਮੋਰਚਿਆਂ 'ਤੇ ਤਾਇਨਾਤ ਸਨ, ਆਪਣੇ ਬਚਾਅ ਦਾ ਵੀ ਪ੍ਰਬੰਧ ਕੀਤਾ ਹੋਇਆ ਸੀਗਾ। ਤੇ ਇੱਧਰੋਂ ਇਹਨਾਂ ਦਾ ਪ੍ਰਬੰਧ ਕੋਈ ਨਹੀਂ ਸੀਗਾ, ਥੱਕੇ ਹੋਏ ਘਮਸਾਨ ਦਾ ਯੁੱਧ ਹੋਇਆ ਹੈ। ਇਹ ਇਤਿਹਾਸ ਆਪਾਂ ਕੱਲ੍ਹ ਦੇ ਦੀਵਾਨ ਦੇ ਵਿੱਚ ਸਰਵਣ ਕਰ ਰਹੇ ਸੀ। ਬਹੁਤ ਵੱਡਾ ਯੁੱਧ ਹੋਇਆ। ਗੁਰੂ ਕੇ ਸਿੱਖਾਂ ਨੇ ਗੋਲੀਆਂ ਦੇ, ਤੀਰਾਂ ਦੇ ਵਾਰ ਵੱਡੀ ਗਿਣਤੀ ਦੇ ਵਿੱਚ ਇਹਨਾਂ ਦੇ ਉੱਪਰ ਕੀਤੇ ਹਨ ਤੇ ਫੌਜ ਨੂੰ ਖਦੇੜ ਕੇ ਰੱਖ ਦਿੱਤਾ। ਜਿਹੜੀ ਫੌਜ ਕਹਿ ਰਹੀ ਸੀ ਕਿ ਅਸੀਂ ਪਹਿਲੇ ਹਮਲੇ ਦੇ ਵਿੱਚ ਹੀ ਗੁਰੂ ਕੀ ਸੈਨਾ ਖਤਮ ਕਰ ਦੇਣੀ ਹੈ, ਪ੍ਰਸਤ ਕਰ ਦੇਣੀ ਹੈ, ਹੁਣੇ ਸਤਿਗੁਰਾਂ ਨੂੰ ਰਾਤ ਹੀ ਅਸੀਂ ਪਕੜ ਲੈਣਾ ਹੈ, ਉਹਨਾਂ ਦੀਆਂ ਮਿਸਾਲਾਂ ਗੁਰੂ ਕੇ ਜਰਨੈਲਾਂ ਨੇ ਲਾ ਲਾ ਕੇ ਨਿਸ਼ਾਨੇ 'ਤੇ ਬੁਝਾ ਦਿੱਤੀਆਂ। ਚਾਨਣ ਕਰਕੇ ਅੱਗੇ ਵੱਧ ਰਹੇ ਸਨ ਤੇ ਹਨੇਰਾ ਹੋ ਗਿਆ। ਹਨੇਰੇ ਦੇ ਵਿੱਚ ਫਿਰ ਬਹੁਤ ਵੱਡਾ ਹਮਲਾ ਕੀਤਾ ਤੇ ਆਪਸ ਦੇ ਵਿੱਚ ਟਕਰਾ ਕੇ ਇਹ ਲੜਨ ਲੱਗੇ। ਇਹਨਾਂ ਨੂੰ ਪਤਾ ਕੁਛ ਨਹੀਂ ਲੱਗ ਰਿਹਾ, ਠੰਡ ਦੇ ਮਾਰੇ ਹੋਏ ਹਨ
ਤੇ ਹੱਥ ਇਹਨਾਂ ਦੇ ਖੁੱਲ੍ਹ ਨਹੀਂ ਰਹੇ, ਸ਼ਸਤਰ ਤੇ ਜਾ ਨਹੀਂ ਰਹੇ। ਬਹੁਤ ਵੱਡਾ ਘਮਸਾਨ ਦਾ ਜਿਹੜਾ ਜੰਗ ਹੈ ਉਹ ਮਚਿਆ ਹੋਇਆ ਹੈ। ਆਓ ਇਸ ਤੋਂ ਜਿਹੜਾ ਅਗਲੇਰਾ ਇਤਿਹਾਸ ਹੈ ਸਰਵਣ ਕਰੀਏ। ਪਰ ਪ੍ਰੇਮ ਸਤਿਕਾਰ ਸਹਿਤ ਗੁਰੂ ਕੇ ਚਰਨਾਂ ਦੇ ਵਿੱਚ ਹਾਜ਼ਰੀ ਭਰਦੇ ਹੋਏ ਫਤਿਹ ਬੁਲਾਵੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਕਹਿਣ ਲੱਗੇ ਕਿ ਹੁਣ ਉਸ ਵੇਲੇ ਗਰੀਬ ਨਿਵਾਜ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਇੱਕ ਪਾਸੇ ਅੰਗਨ ਭੰਗ ਤੁਰੰਗ ਭਏ, ਵਿੱਚ ਜੰਗ ਗਿਰੇ ਭੱਟ ਸੰਗ ਗਿਰਾਏ। ਵੱਖਰੇ ਵੱਖਰੇ ਅੰਗ ਗੁਰੂ ਕੇ ਜਰਨੈਲਾਂ ਨੇ, ਸਤਿਗੁਰਾਂ ਦੀ ਸੈਨਾ ਨੇ ਵੱਡਾ ਹਮਲਾ ਕਰਕੇ ਦੁਸ਼ਮਣਾਂ ਦੇ ਅੰਗ ਭੰਗ ਕੀਤੇ ਹਨ, ਸਰੀਰ ਤੋਂ ਵੱਖਰੇ ਕਰ ਦਿੱਤੇ ਹਨ। बीच में सालची नाश करे अंधकार महा धूल उड़ाए। कहन लगे इन्हां दे जिहड़े मिसालची सन, जिन्हां दी रोशनी दे विच अगे वध रहे सन, उन्हां नूं भी मिट्टी दे विच मिला दिता है। ते दूसरा हुण घोपा हनेरा हो चुका है, अखां दे विच मिट्टी पै चुकी है, धूड़ पै चुकी है। ते कहन लगे कि फिर पूर्ण श्रोण विलोचन पे तन खे जमी आतशे अकुलाए, घोड़े मरे अटके चलते तिन ऊपर और गिरे जो तवाए। घोड़े फिर डरते हुए अगों गुरु की सैना ने इन्हां गोलियां दे तीरां दा प्रहार किया, ये पिछां नूं दौड़ लगे हैं ते अपनी ही सैना नूं लिताड़न लगे। ते एक काली दे नाल फिर पिछां होण वास्ते मजबूर हो गए। शास्त्र भय नाह शास्त्र ते शाह सलेम सो जान। हुण जिहड़ा गुरु का जरनैल है राय जोध शाह, ਇਹਦਾ ਜਿਹੜਾ ਭਰਾ ਸੀਗਾ ਇਹ ਵੀ ਬੜਾ ਬਹਾਦਰ ਯੋਧਾ ਹੈ, ਜਿਸ ਨੂੰ ਇਹਦੇ ਵੱਡੇ ਭਰਾ ਨੇ ਹੁਕਮ ਕਰਕੇ ਜੰਗ ਦੇ ਮੈਦਾਨ ਦੇ ਵਿੱਚ ਅੱਗੇ ਭੇਜਿਆ ਹੈ। ਇਹਨੂੰ ਪਤਾ ਲੱਗ ਗਿਆ ਕਿ ਭਾਈ ਜਿਹੜੀ ਬਾਦਸ਼ਾਹ ਦੀ ਸੈਨਾ ਥੱਕੀ ਹੋਣ ਕਰਕੇ, ਠੰਡ ਦੀ ਸਤਾਈ ਹੋਣ ਕਰਕੇ ਸ਼ਸਤਰ ਤੇ ਹੱਥ ਪੈ ਨਹੀਂ ਰਿਹਾ ਤੇ ਮਜਬੂਰੀ ਦੇ ਵਿੱਚ ਲੜ ਰਹੇ ਹਨ। ਕਹਿਣ ਲੱਗੇ ਕਿ ਫਿਰ ਕੀ ਹੋਇਆ। ਸ਼ਸਤਰ ਭੈ ਨਾ ਸ਼ਸਤਰ ਤੇ ਸ਼ਾਹ ਸਲੇਮ ਸੋ ਜਾਨ। ਜਦੋਂ ਸ਼ਾਹ ਸਲੇਮ ਗੁਰੂ ਕੇ ਜਰਨੈਲ ਨੇ ਜਾਣ ਲਿਆ ਹੈ ਕਿ ਭਾਈ ਇਹ ਜਿਹੜੇ ਸੂਰਮੇ ਹਨ ਬਾਦਸ਼ਾਹ ਦੇ, ਇਹ ਇਸ ਵੇਲੇ ਸਾਡਾ ਮੁਕਾਬਲਾ ਕਰਨ ਦੇ ਯੋਗ ਨਹੀਂ ਹਨ। ਤੇ ਇਹਨੇ ਫਿਰ ਆਪਣੇ ਸਾਥੀਆਂ ਨੂੰ ਹੁਕਮ ਕੀਤਾ ਕਿ ਭਾਈ ਇਹ ਇਤਨੇ ਚੁਸਤ ਫੁਰਤ, ਇਤਨੇ ਤਿਆਰ ਨਹੀਂ ਕਿ ਸਾਡਾ ਨਿਸ਼ਾਨਾ ਲੈ ਸਕਣ, ਸਾਡੇ ਉੱਪਰ ਗੋਲੀਆਂ ਦਾਗ ਸਕਣ। ਕਹਿਣ ਲੱਗੇ ਹੁਣ ਤਲਵਾਰਾਂ ਖਿੱਚ ਲਓ। ਖੈਂਚ ਕਿਰਪਾਨੇ ਮਿਲ ਗਏ ਮਾਰ ਮਾਰ ਕਰ ਜਵਾਨ। ਇਹ ਕਿਰਪਾਨਾਂ ਖਿੱਚ ਕੇ ਜ਼ੋਰ ਦੇ ਨਾਲ ਇਹਨਾਂ ਨੇ ਬਾਦਸ਼ਾਹ ਦੀ ਸੈਨਾ ਦੇ ਉੱਪਰ ਹੱਲਾ ਕੀਤਾ ਹੈ। ਤੇ ਤੁਰੰਤ ਹੀ ਇਹ ਜਿਹੜੇ ਤੁਰਕ ਸਨ ਅੱਗੋਂ ਜਦੋਂ ਬਹੁਤ ਵੱਡੀ ਮਾਰ ਪਈ ਹੈ ਗੁਰੂ ਕੇ ਜਰਨੈਲਾਂ ਦੇ ਕੋਲੋਂ, ਤੇ ਤੁਰੰਤ ਹੀ ਇਹ ਪਿੱਛੇ ਨੂੰ ਮੁੜ ਪਏ ਤੇ ਬਹੁਤ ਵੱਡਾ ਰੌਲਾ ਪਿਆ ਹੈ। ਤੇ ਆਪਸ ਦੇ ਵਿੱਚ ਇੱਕ ਦੂਜੇ ਦੇ ਉੱਪਰ ਹੀ ਕਈਆਂ ਨੇ ਹਮਲਾ ਕਰ ਦਿੱਤਾ, ਕਈ ਦਲਾਂ ਨੇ ਇੱਕ ਦੂਜੇ ਦੇ ਉੱਤੇ ਟੁੱਟ ਕੇ ਪੈ ਗਏ। ਰਾਤ ਦਾ ਸਮਾਂ, ਮਿਸਾਲਾਂ ਬੁਝੀਆਂ ਹੋਈਆਂ, ਪਤਾ ਕੁਛ ਨਹੀਂ ਲੱਗਾ ਤੇ ਇਲਾਕੇ ਦੇ ਕੋਈ ਭੇਦੀ ਨਹੀਂ ਹਨ, ਇੱਕ ਦੂਜੇ ਦੇ ਉੱਪਰ ਹੀ ਵਾਰ ਕਰਨ ਲੱਗੇ ਹਨ। ਤੇ ਕਹਿਣ ਲੱਗੇ ਕਿ ਭਾਈ ਪਤਾ ਨਹੀਂ ਲੱਗ ਰਿਹਾ, ਪੂਤ ਪਿਤਾ ਕੇ ਹਤੇ ਸਿਰ ਮੈਂ ਪਿਤ ਮਾਰਤ ਪੂਤ ਕੋ। ਕਹਿਣ ਲੱਗੇ ਕਈ ਵਾਰ ਤਾਂ ਪਿਤਾ ਆਪਸ ਦੇ ਵਿੱਚ ਜੰਗ ਦੇ ਵਿੱਚ ਬਹੁਤ ਸਾਰੇ ਐਸੇ ਸਨ ਜਿਹੜੇ ਇੱਕੋ ਪਰਿਵਾਰ ਦੇ ਸਨ, ਜੰਗ ਦੇ ਮੈਦਾਨ ਦੇ ਵਿੱਚ ਇੱਕੋ ਪਾਸੇ ਦੇ, ਤੇ ਆਪਸ ਦੇ ਵਿੱਚ ਪਿਤਾ ਨੂੰ ਪੁੱਤਰ ਦਾ ਪਤਾ ਨਹੀਂ ਲੱਗ ਰਿਹਾ ਤੇ ਦੁਸ਼ਮਣ ਦਾ ਪਤਾ ਨਹੀਂ ਲੱਗ ਰਿਹਾ ਕਿਹੜਾ ਆਪਣਾ ਹੈ ਤੇ ਕਿਹੜਾ ਦੁਸ਼ਮਣ ਹੈ। ਤੇ ਜਿੱਥੇ ਕੋਈ ਝੋਲਾ ਪੈਂਦਾ ਹੈ, ਜਿੱਥੇ ਕੋਈ ਦਿਸਦਾ ਹੈ, ਉਹਦੇ ਉੱਪਰ ਵਾਰ ਕਰ ਦਿੰਦੇ ਹਨ। ਤੇ ਭਰਾ ਨੇ ਭਰਾ ਦੇ ਉੱਥੇ ਟੁਕੜੇ ਕਰ ਦਿੱਤੇ, ਤੀਰ ਪਰੋ ਦਿੱਤੇ ਹਨ ਆਪਸ ਦੇ ਵਿੱਚ। ਤੇ ਕਹਿਣ ਲੱਗੇ ਚਾਚਾ ਕੋ ਭਤੀਜ ਪਛਾਨੈ, ਨਾ ਚਾਚੇ ਨੂੰ ਭਤੀਜੇ ਦਾ ਪਤਾ ਲੱਗਾ। ਆਪਸ ਦੇ ਵਿੱਚ ਕਿਸੇ ਨੂੰ ਪਤਾ ਨਹੀਂ ਲੱਗ ਰਿਹਾ, ਜ਼ੋਰਦਾਰ ਇੱਕ ਦੂਜੇ ਤੇ ਪ੍ਰਹਾਰ ਕਰਦੇ ਹਨ।
ਕਿਰਪਾਨ ਬਹੀ ਮਲ ਹੋਤ ਪਈ ਹਲ ਆਪ ਹੀ ਹਾਨੇ। ਤੇ ਮਿੱਤਰ ਨੇ ਮਿੱਤਰ ਦੇ ਉੱਪਰ ਹੀ ਸੱਜਣ ਨੇ, ਸੱਜਣ ਤੇ ਹੀ ਆਪਸ ਦੇ ਵਿੱਚ ਹੀ ਬਾਦਸ਼ਾਹ ਦੀ ਸੈਨਾ ਰਲ ਗਈ ਹੈ। ਇੱਕ ਦਲ ਨੇ ਦੂਜੇ ਦਲ ਤੇ ਹਮਲਾ ਕਰ ਦਿੱਤਾ ਜਿੱਥੋਂ ਪਤਾ ਲੱਗ ਰਿਹਾ ਹੈ। ਤੇ ਕਹਿਣ ਲੱਗੇ ਕਿ ਭਾਈ ਮਤ ਹੋਤ ਭਾਈ ਹੱਤ ਆਪ ਹੀ ਹਨ ਹੈ, ਮਤ ਇਹਨਾਂ ਦੀ ਮਾਰੀ ਗਈ ਹੈ। ਤੇ ਉਸ ਵੇਲੇ ਇਹ ਆਪਸ ਦੇ ਵਿੱਚ ਹੀ ਇੱਕ ਦੂਜੇ ਤੇ ਵੱਡਾ ਹਮਲਾ ਕੀਤਾ ਹੈ। ਮਰੇ ਸੋ ਹਜ਼ਾਰ ਹੀ ਸ਼ਸਤਰਨ ਥੋਰ ਹੀ ਕਾਲ ਲਿਖੇ ਤੁਰਕਾਨੇ। ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹੀ ਕਹਿਣ ਲੱਗੇ ਕਿ ਮਾਰ ਮਰੇ ਸੋ ਥੋਰ ਹੀ ਕਾਲ ਵਿਖੇ ਤੁਰਕਾਨੇ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇੱਕ ਦੂਜੇ ਨੂੰ ਇਹਨਾਂ ਨੇ ਖਤਮ ਕਰ ਦਿੱਤਾ ਹੈ। ਜਿਹੜਾ ਸਭ ਤੋਂ ਪਹਿਲਾਂ 7000 ਦਾ ਬਾਦਸ਼ਾਹ ਦਾ ਲੱਲਾ ਬੇਗ ਦਾ ਇੱਕ ਵੱਡਾ ਜਿਹੜਾ ਦਲ ਚੜ ਕੇ ਆਇਆ ਹੈ, ਕਹਿਣ ਲੱਗੇ ਉਸ ਦਲ ਦੇ ਵਿੱਚ ਬਹੁਤ ਵੱਡਾ ਰੌਲਾ ਪਿਆ, ਅਫੜਾ ਦਫੜੀ ਮਚ ਗਈ ਹੈ, ਪਤਾ ਕਿਸੇ ਨੂੰ ਕੁਛ ਨਹੀਂ ਲੱਗ ਰਿਹਾ। ਤੇ ਇਸ ਤਰ੍ਹਾਂ ਆਪਸ ਦੇ ਵਿੱਚ ਹੀ ਇਹ ਜੂਝ ਰਹੇ ਹਨ। ਕਿਹੜਾ ਪਾਸਾ ਸਾਡਾ ਹੈ, ਕਿਹੜਾ ਦਲ ਸਾਡਾ ਹੈ ਤੇ ਕਿਹੜਾ ਸਤਿਗੁਰਾਂ ਦਾ ਹੈ। ਸਤਿਗੁਰਾਂ ਦੇ ਸੂਰਮੇ ਤਾਂ ਟਿਕਾਣਿਆਂ ਤੇ ਬੈਠੇ ਹੋਏ ਸਨ, ਬੜੇ ਢੰਗ ਦੇ ਨਾਲ ਹਮਲਾ ਕਰਕੇ ਪਿਛਾਂਹ ਹਟ ਜਾਂਦੇ ਹਨ। ਤੇ ਪਰ ਇਹ ਆਪਸ ਦੇ ਵਿੱਚ ਇੱਕ ਦੂਜੇ ਦੇ ਉੱਪਰ ਹੀ ਵਾਰ ਕਰੀ ਜਾ ਰਹੇ ਹਨ। ਤੇ ਕਹਿਣ ਲੱਗੇ ਉਸ ਕਈ ਤਾਂ ਫਿਰ ਜਦੋਂ ਏਡੀ ਵੱਡੀ ਸਤਿਗੁਰਾਂ ਦੀ ਸੈਨਾ ਦੇ ਵੱਲੋਂ ਮਾਰ ਪਈ ਹੈ ਕਿ ਜਿਨ੍ਹਾਂ ਦੀ ਇਹਨਾਂ ਨੂੰ ਆਸ ਨਹੀਂ ਸੀਗੀ, ਕਿਤ ਗਮਣੇ ਕਈ ਤਾਂ ਦੌੜ ਗਏ, ਕਿਤ ਹਟੇ ਕਈ ਥੋੜ੍ਹੇ ਜਿਹੇ ਪਿਛਾਂਹ ਹਟ ਗਏ ਕਿ ਭਾਈ ਥੋੜ੍ਹਾ ਜਿਹਾ ਠਹਿਰ ਕੇ ਹਿਸਾਬ ਕਿਤਾਬ ਲਾ ਕੇ ਤੇ ਫਿਰ ਵਾਰ ਕਰਾਂਗੇ। ਰਹਿਓ ਨਾ ਕੁਛ ਮਨ ਗਿਆਨ, ਤੇ ਮਨ ਦੇ ਵਿੱਚ ਭੋਰਾ ਵੀ ਇਹਨਾਂ ਨੂੰ ਸਮਝ ਨਹੀਂ ਰਹੀ ਹੈ। ਤੇ ਕਹਿਣ ਲੱਗੇ ਦੂਸਰੇ ਪਾਸੇ ਇੱਕ ਤਾਂ ਘੁੱਪ ਹਨੇਰਾ ਛਾ ਗਿਆ ਹੈ, ਗੁਰੂ ਕੇ ਸੈਨਿਕਾਂ ਨੇ ਮਾਰ ਮਾਰ ਤੀਰਾਂ ਦੇ ਨਿਸ਼ਾਨੇ ਇਹਨਾਂ ਦੀਆਂ ਮਿਸਾਲਾਂ ਬੁਝਾ ਦਿੱਤੀਆਂ ਹਨ। ਪੁਨ ਹਿਮ ਤੇ ਦੂਸਰਾ ਬਹੁਤ ਵੱਡੀ ਠੰਡ ਹੈ ਜਿਹਦੇ ਕਰਕੇ ਸ਼ਸਤਰ ਚਲਾਏ ਨਹੀਂ ਇਹਨਾਂ ਤੋਂ ਜਾ ਰਹੇ। ਰਾਜ ਅਦਕ ਪਰੇ ਪ੍ਰਾਨ ਕਰ ਹਾਨ। ਕਹਿਣ ਲੱਗੇ ਇਸ ਢੰਗ ਦੇ ਨਾਲ ਇਹ ਲਗਾਤਾਰ ਚੱਲ ਕੇ ਸਫ਼ਰ ਤੈਅ ਕਰਕੇ ਆਏ ਹੋਏ ਥੱਕੇ ਸੂਰਮੇ ਸਨ, ਤੇ ਇਸੇ ਕਰਕੇ ਇਹਨਾਂ ਨੂੰ ਬਹੁਤ ਵੱਡਾ ਇੱਥੇ ਨੁਕਸਾਨ ਹੋਇਆ ਹੈ। ਤੇ ਪਰਮੇਸ਼ਰ ਦਾ ਐਸਾ ਭਾਣਾ ਵਰਤਿਆ ਹੈ ਅਕਾਲ ਪੁਰਖ ਦਾ ਕਿ ਆਪਸ ਦੇ ਵਿੱਚ ਹੀ ਲੜ ਕੇ ਜੂਝ ਕੇ ਵੱਡੀ ਗਿਣਤੀ ਦੇ ਵਿੱਚ ਮਾਰੇ ਗਏ ਹਨ। ਗਰੀਬ ਨਿਵਾਜ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਪੂਰਨ ਹਨ, ਅਕਾਲ ਪੁਰਖ ਦਾ ਸਰੂਪ ਹਨ, ਗੁਰੂ ਨਾਨਕ ਸਾਹਿਬ ਜੀ ਦੀ ਗੁਰਤਾ ਗੱਦੀ ਦੇ ਸੁਭਾਏਵਨ ਹਨ। ਕਹਿਣ ਲੱਗੇ ਪੂਰਨ ਪੁਰਖਣ ਤੇ ਕਹੋ ਪੂਰਾ ਉਤਰੈ ਕੌਣ। ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਰਾਬਰ ਕੌਣ ਖੜ ਸਕਦਾ ਹੈ, ਉਹਨਾਂ ਦਾ ਮੁਕਾਬਲਾ ਕੌਣ ਕਰ ਸਕਦਾ ਹੈ। ਅਧੂਰੇ ਹਨ ਔਰ ਬੜੇ ਹੰਕਾਰੀ ਸਨ, ਜਿਨ੍ਹਾਂ ਦਾ ਸਤਿਗੁਰਾਂ ਨੇ ਬਹੁਤ ਵੱਡਾ ਟਾਕਰਾ ਕੀਤਾ ਹੈ। ਜਿਹੜਾ ਪਰਮੇਸ਼ਰ ਦੇ ਪਿਆਰਿਆਂ ਦੇ ਨਾਲ ਹੰਕਾਰ ਦੇ ਵਿੱਚ ਆ ਕੇ ਲੜਦਾ ਹੈ, ਤੇ ਕਵੀ ਜੀ ਲਿਖਦੇ ਹਨ ਗੁਰ ਸੰਤਨ ਸੋ ਅਰੇ ਸੋ ਮੰਦ ਭਾਗ ਹੈ ਜੌਨ। ਗੁਰੂ ਕੇ ਪਿਆਰਿਆਂ ਦੇ ਨਾਲ ਤੇ ਗੁਰੂ ਦੇ ਨਾਲ ਲੜਦਾ ਹੀ ਉਹ ਹੈ ਜਿਹਦੇ ਭਾਗ ਮੰਦੇ ਹੋਣ, ਤੇ ਜਿਹੜਾ ਪਾਪੀ ਹੋਵੇ ਹੰਕਾਰੀ ਹੋਵੇ। ਗੁਰੂ ਦੇ ਨਾਲ ਆਇਆ ਤਾਂ ਹੈ ਲੜਨ ਵਾਸਤੇ, ਪਰ ਸਤਿਗੁਰਾਂ ਦੀ ਬਰਾਬਰਤਾ, ਗਰੀਬ ਨਿਵਾਜ ਸਤਿਗੁਰਾਂ ਦਾ ਮੁਕਾਬਲਾ ਕੌਣ ਕਰ ਸਕਦਾ ਹੈ। ਤੇ ਆਪਸ ਦੇ ਵਿੱਚ ਇਹ ਜਦੋਂ ਭਿੜ ਗਏ, ਆਪਸ ਮੈਂ ਫਿਰ ਜਾਹੇ ਤੇ ਤਬੇ ਕਰੇ ਹਥਿਆਰ। ਗੁਰੂ ਕੇ ਸੂਰਮਿਆਂ ਨੂੰ ਇਹ ਇੱਕ ਹੋਰ ਚੰਗਾ ਮੌਕਾ ਮਿਲਿਆ ਹੈ। ਕਈ ਤਾਂ ਸਤਿਗੁਰਾਂ ਦੇ ਜਰਨੈਲਾਂ ਦੇ ਹੱਥੋਂ ਮਾਰੇ ਗਏ, ਜਿਹੜਾ ਪਹਿਲਾ 7000 ਦਾ ਵੱਡਾ ਦਲ ਆਇਆ ਸੀਗਾ, ਤੇ ਕਈ ਫਿਰ ਠੰਡ ਦੇ ਮਾਰੇ ਹੋਏ ਕਈ ਜ਼ਖਮੀ ਹੋ ਗਏ ਸਨ, ਤੇ ਉਹ ਠੰਡ ਦੇ ਕਰਕੇ ਹੀ ਉਹ ਬੇਹੋਸ਼ ਹੋ ਗਏ, ਉੱਥੇ ਪਏ ਹਨ। ਕਹਿਣ ਲੱਗੇ ਕਿ ਉਸ ਵੇਲੇ
हेर अफात परी बहु दीर्घ कंबर बेग हटियो पिछवाई। कहन लगे कि भाई हुण बहुत वड्डी आफत इन्हां ते पई है, बहुत वड्डी। कंबर बेग हटियो पिछवाई, ਜਿਹੜਾ ਕੰਬਰ ਬੇਗ ਵੱਡਾ ਜਰਨੈਲ ਲੱਲਾ ਬੇਗ ਦਾ ਭਰਾ 7000 ਦਾ ਵੱਡਾ ਦਲ ਲੈ ਕੇ ਸਤਿਗੁਰਾਂ ਦੇ ਉੱਪਰ ਟੁੱਟਿਆ ਸੀਗਾ ਕਿ ਮੈਂ ਤਾਂ ਝੱਟ ਹੀ ਸਾਰੇ ਖਤਮ ਕਰ ਦੇਵਾਂਗਾ। ਆਖਰਕਾਰ ਕਈ ਵਾਰ ਹੱਲਾ ਕਰਨ ਤੋਂ ਬਾਅਦ ਮਜਬੂਰ ਹੋ ਗਿਆ ਪਿੱਛੇ ਹਟਣ ਵਾਸਤੇ। ਇਹ ਥੋੜ੍ਹਾ ਜਿਹਾ ਫਿਰ ਬਚੇ ਹੋਏ ਸੂਰਮਿਆਂ ਨੂੰ ਨਾਲ ਲੈ ਕਰਕੇ ਪਿਛਾਂ ਹਟਿਆ ਹੈ। ਮਿਸਾਲ ਵਿਸਾਲ ਜਲਾਈ ਕਰਾਲ ਪਿਤਿਓ ਦਲ ਕੋ ਸਮੁਦਾਈ। ਤੇ ਦੁਬਾਰਾ ਫਿਰ ਇਹਨੇ ਫਿਰ ਮਿਸਾਲਾਂ ਜਗਾਈਆਂ, ਫਿਰ ਮਿਸਾਲ ਵਿਸਾਲ ਕਹਿਣ ਲੱਗੇ ਵੱਡੀ ਗਿਣਤੀ ਦੇ ਵਿੱਚ ਆ। ਇਹਨੇ ਫਿਰ ਚਾਨਣ ਕੀਤਾ ਹੈ। ਆਪਣਾ ਜਿਹੜਾ ਦਲ ਹੈ ਜਿਹੜਾ ਅੱਗੇ ਲੜਨ ਵਾਸਤੇ ਭੇਜਿਆ ਸੀ ਉਹਨਾਂ ਨੂੰ ਜਾ ਕੇ ਦੇਖਦਾ ਹੈ। ਜੰਗ ਦੇ ਮੈਦਾਨ ਦੇ ਵਿੱਚ ਜਾ ਕੇ ਦੇਖ ਕੇ ਕੰਬਰ ਬੇਗ ਹੈਰਾਨ ਰਹਿ ਗਿਆ ਹੈ ਕਿ ਜਰਨੈਲਾਂ ਦੇ ਉੱਪਰ ਸੂਰਮਿਆਂ ਦੇ ਉੱਪਰ ਸੂਰਮੇ ਪਏ ਹਨ, ਆਪਣੀ ਹੀ ਸੈਨਾ ਦੇ। ਵੀਰਨ ਪੈ ਬਹੁ ਵੀਰ ਪਰੇ ਗਨ ਘੋਰਨ ਪੈ ਘਰ ਘੋਰ। ਇਥਾਈ ਤੇ ਵੱਡੀ ਗਿਣਤੀ ਦੇ ਵਿੱਚ ਸਤਿਗੁਰਾਂ ਦੇ ਤੀਰਾਂ ਦੇ ਨਿਸ਼ਾਨੇ ਬਣੇ, ਗੁਰੂ ਕੇ ਜਰਨੈਲਾਂ ਦੀਆਂ ਗੋਲੀਆਂ ਦੇ ਨਿਸ਼ਾਨੇ ਬਣੇ। ਕਈ ਘੋੜੇ ਤੇ ਕਈ ਜਰਨੈਲ ਧਰਤੀ ਤੇ ਡਿੱਗੇ ਪਏ ਹਨ। ਤੇ ਆਪਣੇ ਵੱਡੀ ਗਿਣਤੀ ਵਿੱਚ ਸੂਰਮੇ ਧਰਤੀ ਤੇ ਮਰੇ ਪਏ ਤੜਫਦੇ ਹੋਇਆਂ ਨੂੰ ਜਦੋਂ ਕੰਬਰ ਬੇਗ ਨੇ ਦੇਖਿਆ ਹੈ, ਮਰਿਆ ਹੋਇਆਂ ਨੂੰ ਤੇ ਤੜਫਦਿਆਂ ਨੂੰ, ਇਹ ਮਨ ਦੇ ਵਿੱਚ ਬਹੁਤ ਭਾਰੀ ਦੁਖੀ ਹੋਇਆ ਹੈ। ਤੇ ਜਾ ਜਾ ਕੇ ਕੋਲ ਹੋ ਕੇ ਦੇਖਦਾ ਹੈ ਜਿਹੜੇ ਜਰਨੈਲ ਇਹਦੇ ਡਿੱਗੇ ਪਏ ਹਨ ਉਹਨਾਂ ਦੇ ਵਿੱਚੋਂ ਜਿਹੜਾ ਖੂਨ ਹੈ ਜ਼ਖਮਾਂ ਦੇ ਵਿੱਚੋਂ ਭਬਕੇ ਮਾਰ ਕੇ ਬਾਹਰ ਨਿਕਲ ਰਿਹਾ ਹੈ। ਕਹਿਣ ਲੱਗੇ ਖੂਨ ਬਾਹਰ ਨਿਕਲਦਾ ਹੈ। ਉਹਨਾਂ ਦੇ ਚਿਹਰੇ ਲਾਲ ਹੋਏ ਪਏ ਹਨ, ਰੰਗੇ ਹੋਏ ਹਨ ਖੂਨ ਦੇ ਵਿੱਚ। ਗੁਰੂ ਕੇ ਜਰਨੈਲਾਂ ਨੇ ਲਾਗੇ ਆ ਕੇ ਏਡਾ ਵੱਡਾ ਘਮਸਾਨ ਦਾ ਯੁੱਧ ਕੀਤਾ ਹੈ। ਤੇ ਕਹਿਣ ਲੱਗੇ ਕਿ ਭਾਈ ਭੂਤਾਂ ਦੀ ਤਰ੍ਹਾਂ ਉਹਨਾਂ ਦੀ ਹਾਲਤ ਬਣੀ ਹੋਈ ਹੈ। ਤੇ ਜੰਗ ਦੇ ਮੈਦਾਨ ਦੇ ਵਿੱਚ ਕਿਸੇ ਦੀ ਬਾਂਹ ਕੱਟੀ ਪਈ ਹੈ, ਕਿਸੇ ਦੀ ਧੌਣ। ਗੁਰੂ ਕੇ ਸਿੱਖਾਂ ਨੇ ਕੋਲ ਹੋ ਕੇ ਤਲਵਾਰਾਂ ਦੇ ਐਸੇ ਵਾਰ ਕੀਤੇ ਹਨ ਤੇ ਕਿਸੇ ਦੀ ਬਾਂਹ, ਕਿਸੇ ਦਾ ਹੱਥ ਤੇ ਕਿਸੇ ਦੀ ਲੱਤ। ਜੰਗ ਦੇ ਮੈਦਾਨ ਦੇ ਵਿੱਚ ਇਹਨਾਂ ਦੇ ਅੰਗ ਧੜ ਦੇ ਨਾਲੋਂ ਵੱਖਰੇ ਪਏ ਹਨ। ਤੇ ਕਈ ਗੋਲੀਆਂ ਲੱਗਣ ਦੇ ਕਾਰਨ ਕੋ ਗੁਲਕਾ ਲੱਗ ਪ੍ਰਾਣ ਦਏ, ਕਈਆਂ ਨੇ ਗੋਲੀਆਂ ਦੇ ਕਰਕੇ ਪ੍ਰਾਣ ਛੱਡ ਦਿੱਤੇ ਹਨ। ਤਰਫੰਤ ਕਿਤੇ ਮੁਖ ਹਾਏ ਕਹਿਓ। ਤੇ ਕਈ ਜੰਗ ਦੇ ਮੈਦਾਨ ਦੇ ਵਿੱਚ ਭਾਰੀ ਜ਼ਖਮੀ ਹੋਣ ਕਰਕੇ ਤੇ ਹਾਏ ਹਾਏ ਪੁਕਾਰ ਰਹੇ ਸਨ ਕਿ ਭਾਈ ਸਾਨੂੰ ਚੁੱਕ ਕੇ ਲਿਜਾਇਆ ਜਾਏ, ਸਾਡੀ ਸਹਾਇਤਾ ਕੀਤੀ ਜਾਵੇ, ਸਾਡਾ ਇਲਾਜ ਕੀਤਾ ਜਾਵੇ। ਉੱਚੀ ਉੱਚੀ ਤੜਫ ਰਹੇ ਸਨ। ਜੰਗ ਦੇ ਮੈਦਾਨ ਦਾ ਐਸਾ ਹਾਲ ਹੋਇਆ ਹੈ ਕਿ ਸੂਰਮੇ ਜਿਹੜੇ ਗੁਰੂ ਕੀ ਸੈਨਾ ਨੂੰ ਇਹ ਕਹਿ ਰਹੇ ਸਨ ਕਿ ਅਸੀਂ ਝੱਟ ਹੀ ਜਿੱਤ ਲੈਣਾ ਹੈ, ਉਹ ਜੰਗ ਦੇ ਮੈਦਾਨ ਦੇ ਵਿੱਚ ਅੰਗਾਂ ਤੋਂ ਹੀਣੇ ਹੋ ਕੇ ਕੋਈ ਸਿੱਧਾ ਪਿਆ ਹੈ, ਕੋਈ ਪੁੱਠਾ ਪਿਆ ਹੈ, ਕੋਈ ਟੇਢਾ ਪਿਆ ਹੈ। ਸ਼ਸਤਰ ਇਹਨਾਂ ਦੇ ਕਿਤੇ ਪਏ ਹਨ। ਐਸੀ ਇਹਨਾਂ ਦੀ ਹਾਲਤ ਹੋਈ ਹੈ। ਤੇ ਆਖਰਕਾਰ ਇਹ ਕੰਬਰ ਬੇਗ 7000 ਦਾ ਜਿਹੜਾ ਜਰਨੈਲ ਸੀਗਾ ਇਹ ਕਾਲੀ ਦੇ ਨਾਲ ਪਿੱਛੇ ਮੁੜਿਆ ਹੈ। ਤੇ ਜਿੱਥੇ ਇਹਦਾ ਭਰਾ ਖੜਾ ਸੀਗਾ, ਜਹ ਬੇਗ ਲੱਲਾ ਸੁਧ ਜਾਏ ਸੁਣਾਈ, ਆਪਣੇ ਭਰਾ ਨੂੰ ਜਾ ਕੇ ਜੰਗ ਦੇ ਮੈਦਾਨ ਦਾ ਅਗਲੇ ਪਾਸੇ ਦਾ ਜੋ ਹਾਲ ਹੋਇਆ ਹੈ ਉਹ ਸਾਰੀ ਹਾਲਤ ਜਾ ਕੇ ਦੱਸੀ ਹੈ। ਕਹਿਣ ਲੱਗੇ ਹੇ ਭਰਾ, ਇੱਕ ਤਾਂ ਅਸੀਂ ਜੰਗ ਦੇ ਮੈਦਾਨ ਦੇ ਵਿੱਚ ਠੰਡ ਦੇ ਸਤਾਏ ਹੋਏ ਹਾਂ, ਇੱਕ ਤਾਂ ਸੀਤ ਤੇ ਅੰਗ ਗਏ ਠਰ, ਇੱਕ ਤਾਂ ਸਾਡੇ ਠੰਡ ਦੇ ਕਰਕੇ ਹੱਥ ਨਹੀਂ ਮੁੜ ਰਹੇ, ਸ਼ਸਤਰ ਤੇ ਹੱਥ ਪੈ ਨਹੀਂ ਰਿਹਾ, ਤੇ ਦੂਸਰੇ ਹੋਏ ਤਮ ਕੋ ਸਮੁਦਾਈ, ਤੇ ਦੂਸਰੇ ਮਿਸਾਲਾ ਬੁਝਣ ਦੇ ਕਰਕੇ ਸਾਡੇ ਜਿਹੜੇ ਜਰਨੈਲ ਹਨ ਉਹਨੂੰ ਗੁਰੂ ਕੀ ਫੌਜ ਨਜ਼ਰ ਨਹੀਂ ਆ ਰਹੀ। ਗੁਰੂ ਕੀ ਫੌਜ ਹੈ ਕਿੱਥੇ ਹੈ?
ਉਹ ਮੋਰਚਿਆਂ ਦੇ ਵਿੱਚ ਡਟੇ ਹੋਏ ਹਨ। ਪਹਿਲਾਂ ਉਹਨਾਂ ਨੇ ਮੋਰਚਾਬੰਦੀ ਕੀਤੀ ਹੋਈ ਹੈ। ਸਾਨੂੰ ਕੁਝ ਵੀ ਨਹੀਂ ਸਮਝ ਆ ਰਹੀ ਤੇ ਬਹੁਤ ਵੱਡਾ ਸਾਡਾ ਨੁਕਸਾਨ ਹੋਇਆ ਹੈ। ਆਪਸ ਮੈਂ ਕੱਢ ਸੈਨ ਮਰੀ ਨਾ ਸੋਇਓ ਕੁਸ ਸਤਰੂ ਕਰੀ ਸਮਹਾਈ। ਤੇ ਆਪਸ ਦੇ ਵਿੱਚ ਲੜ ਲੜ ਕੇ ਸਾਡੀ ਬਹੁਤ ਵੱਡੀ ਜਿਹੜੀ ਸੈਨਾ ਹੈ ਉਹ ਨਾਸ਼ ਹੋ ਗਈ ਹੈ। ਰਾਤ ਵੇਲੇ ਸਮਝੀ ਕਿਸੇ ਨੂੰ ਕੁਛ ਨਹੀਂ ਆਈ ਤੇ ਵੱਡੇ ਜਿਹੜੇ ਦਲ ਸਨ ਉਹ ਕਦੇ ਕਦੇ ਆਪਸ ਦੇ ਵਿੱਚ ਭਿੜ ਜਾਂਦੇ ਹਨ। ਦੂਸਰੇ ਪਾਸਿਓਂ ਗੁਰੂ ਕੇ ਜਰਨੈਲਾਂ ਨੇ ਵੀ ਬਹੁਤ ਵੱਡਾ ਪ੍ਰਹਾਰ ਕੀਤਾ ਹੈ। ਤੇ ਕਹਿਣ ਲੱਗੇ ਹੁਣ ਇੱਕ ਦਲ ਸਾਨੂੰ ਹੋਰ ਦਵੋ। ਆਪਣੇ ਭਰਾ ਨੂੰ ਜਾ ਕੇ ਬੇਨਤੀ ਕੀਤੀ ਹੈ ਜੰਬਰ ਬੇਗ ਨੇ। ਕਹਿਣ ਲੱਗੇ ਕਿ ਪਹਿਲਾ ਜਿਹੜਾ ਦਲ ਹੈ ਉਹਨੂੰ ਤਾਂ ਸਤਿਗੁਰਾਂ ਦੀ ਫੌਜ ਨੇ ਖਤਮ ਕਰ ਦਿੱਤਾ ਹੈ ਤੇ ਹੁਣ ਜੋ ਪਹੁੰਚੋ ਦਲ ਅਗਰ ਪਠਾਵੋ ਸਮੁਖ ਹੋਏ ਲੜੇ ਜੋ ਲੜਾਈ। ਕਹਿਣ ਲੱਗੇ ਇੱਕ ਦਲ ਸਾਨੂੰ ਵੱਡਾ ਹੋਰ ਦਵੋ ਜਿਹੜਾ ਅੱਗੇ ਹੋ ਕੇ ਸਤਿਗੁਰਾਂ ਦੀ ਸੈਨਾ ਦਾ ਟਾਕਰਾ ਕਰੇਗਾ। ਇਹ ਸੁਣ ਕੇ ਲੱਲਾ ਬੇਗ ਬਹੁਤ ਹੈਰਾਨ ਹੋਇਆ ਹੈ। ਇਹਦੀ ਹੈਰਾਨੀ ਦੀ ਕੋਈ ਹੱਦ ਨਹੀਂ ਰਹੀ। ਮੈਂ 7000 ਦੀ ਫੌਜ ਭੇਜੀ ਸੀਗੀ ਰਾਤ ਵੇਲੇ। ਇੱਕ ਦਾ ਸੋਚਿਆ ਸੀਗਾ ਕਿ ਰਾਤ ਵੇਲੇ ਜੰਗ ਕਰਨਾ ਸਾਡੇ ਪੱਖ ਦੇ ਵਿੱਚ ਰਹੇਗਾ, ਪਰ ਇਹ ਤਾਂ ਸਾਰਾ ਕੁਝ ਉਲਟ ਹੋ ਗਿਆ ਹੈ। ਤੇ ਇਹ ਸੁਣ ਕੇ ਲੱਲਾ ਬੇਗ ਬੜਾ ਹੈਰਾਨ ਹੋਇਆ। ਮਰਿਓ ਦਲ ਬਾਦ ਸਰਿਓ ਨਹਿ ਕਾਜੂ। ਵੱਡਾ ਜਿਹੜਾ ਦਲ ਉਹ ਸਾਡਾ ਮਾਰਿਆ ਗਿਆ ਹੈ ਤੇ ਸਾਡੇ ਕੋਲੋਂ ਭੋਰਾ ਵੀ ਜਿਹੜਾ ਕਾਰਜ ਹੈ ਉਹ ਨਹੀਂ ਸਵਾਰਿਆ ਗਿਆ। ਗੁਰੂ ਕੀ ਫੌਜ ਦਾ ਕੋਈ ਨੁਕਸਾਨ ਨਹੀਂ ਹੋਇਆ ਹੈ। ਤੇ ਉਸ ਵੇਲੇ ਫਿਰ ਲੱਲਾ ਬੇਗ ਨੇ ਫਿਰ ਆਗਿਆ ਦਿੱਤੀ ਹੈ ਸਾਵਧਾਨ ਕੋ ਹੋਏ ਸਮੂਹ ਸਮਾਜੂ। ਆਪਣਾ ਜਿਹੜਾ ਦੂਸਰਾ ਦਲ ਹੈ ਉਹਨਾਂ ਨੂੰ ਕਹਿਣ ਲੱਗਾ ਕਿ ਭਾਈ ਬੜੇ ਸਾਵਧਾਨ ਹੋ ਕੇ ਚੱਲਣਾ ਹੈ। ਭਾਈ ਤੁਸੀਂ ਜਦੋਂ ਜੰਗ ਦੇ ਮੈਦਾਨ ਦੇ ਵਿੱਚ ਜਾਣਾ ਹੈ ਤੇ ਆਪਸ ਦੇ ਵਿੱਚ ਪਛਾਣ ਰੱਖਣੀ ਹੈ, ਰਲ ਕੇ ਚੱਲਣਾ ਹੈ, ਇੱਕ ਦੂਜੇ ਦਾ ਭੇਦ ਰੱਖਣਾ ਹੈ, ਬੜੇ ਧਿਆਨ ਦੇ ਨਾਲ ਜੰਗ ਕਰਨਾ ਹੈ। ਪਹਿਲਾ ਬਹੁਤ ਵੱਡਾ ਦਲ ਆਪਸ ਦੇ ਵਿੱਚ ਜੂਝ ਕੇ ਇੱਕ ਦੂਜੇ 'ਤੇ ਵਾਰ ਕਰਕੇ ਖਤਮ ਹੋ ਗਿਆ ਹੈ। ਇਸ ਕਰਕੇ ਤੁਸੀਂ ਇਸ ਗੱਲ ਦਾ ਧਿਆਨ ਰੱਖਦੇ ਹੋਏ ਹੁਣੇ ਹੀ ਇਸੇ ਵੇਲੇ ਰਾਤ ਦੇ ਸਮੇਂ ਗੁਰੂ ਕੀ ਸੈਨਾ ਦੇ ਉੱਪਰ ਇੱਕ ਬਹੁਤ ਵੱਡਾ ਹਮਲਾ ਹੋਰ ਕਰੋ ਜੀ। ਤੇ ਫਿਰ ਲੱਲਾ ਬੇਗ ਨੇ ਇਹ ਗੱਲ ਕਹੀ ਹੈ। ਕਹਿਣ ਲੱਗੇ ਰਾਤ ਵੇਲੇ ਜੰਗ ਕਰਨਾ ਸਾਡੇ ਵਾਸਤੇ ਠੀਕ ਹੈ, ਸਾਡੇ ਪੱਖ ਦੇ ਵਿੱਚ ਰਹੇਗਾ, ਸਾਡੇ ਹਿੱਤ ਦੇ ਵਿੱਚ ਰਹੇਗਾ। ਦਿਨ ਮੈਂ ਨਾ ਥਿਰੈ, ਦਿਨ ਵੇਲੇ ਤੱਕ ਅਸੀਂ ਗੁਰੂ ਕੀ ਫੌਜ ਨੂੰ ਖੜੀ ਨਹੀਂ ਰਹਿਣ ਦੇਵਾਂਗੇ। ਗਹਿ ਲੀਜੈ ਆਜੂ, ਅੱਜ ਹੀ ਜਾ ਕਰਕੇ ਗੁਰੂ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪਕੜ ਲਵਾਂਗੇ। ਤੇ ਦੋ ਪਠਾਨ ਭਰਾ ਲੱਲਾ ਬੇਗ ਨੇ ਹੁਕਮ ਕੀਤਾ ਹੈ ਤੇ ਜਿਨ੍ਹਾਂ ਦੀ ਕਮਾਨ ਦੇ ਥੱਲੇ 8000 ਦੀ ਵੱਡੀ ਫੌਜ ਹੈ, ਇਹਨਾਂ ਨੂੰ ਸਤਿਗੁਰਾਂ ਦੇ ਦਲ ਦੇ ਨਾਲ ਮੁਕਾਬਲਾ ਕਰਨ ਵਾਸਤੇ ਹੁਕਮ ਹੋਇਆ ਹੈ। ਔਰ ਇਹਨਾਂ ਨੂੰ ਕਈ ਤਰ੍ਹਾਂ ਦੀਆਂ ਸਿੱਖਿਆਵਾਂ ਦਿੱਤੀਆਂ ਕਿ ਭਾਈ ਆਪਸ ਦੇ ਵਿੱਚ ਨਹੀਂ ਲੜਨਾ, ਧਿਆਨ ਰੱਖਣਾ। ਰਾਤ ਦਾ ਵੇਲਾ ਹੈ ਤੇ ਗੁਰੂ ਕੇ ਸਿੱਖਾਂ ਦੀ ਪਛਾਣ ਕਰਕੇ ਜ਼ੋਰਦਾਰ ਹਮਲਾ ਕਰਨਾ ਹੈ। ਬੜਾ ਕੁਝ ਸਿੱਖਿਆ ਸਮਝਾ ਕੇ ਚੱਲੇ। ਰਣ ਕੋ ਚਿਤ ਚਾਵ ਉਮੰਗਾ। ਇਹਨਾਂ ਦੇ ਮਨ ਦੇ ਵਿੱਚ ਚਾਅ ਸੀਗਾ ਕਿ ਅਸੀਂ ਤਾਂ ਝੱਟ ਹੀ ਜਿੱਤ ਜਾਵਾਂਗੇ। ਤੇ ਇਹਨਾਂ ਜਿਹੜੀ 8000 ਦੀ ਫੌਜ ਹੈ, ਇਹਦੇ ਵਿੱਚ ਇੱਕ ਜਰਨੈਲ ਦਾ ਨਾਮ ਹੈ ਭੀਖਣ ਖਾਨ, ਜਿਹੜਾ ਬਹੁਤ ਬਲਵਾਨ ਹੈ, ਜਿਹਨੇ ਸਰੀਰ ਦੇ ਉੱਪਰ ਐਸੀ ਸੰਜੋਰ ਢਲ ਪਾਈ ਹੋਈ ਹੈ, ਜਿਹਨੇ ਸਾਰਾ ਸਰੀਰ ਢੱਕਿਆ ਹੋਇਆ ਹੈ। ਲੋਹੇ ਦੇ ਵਿੱਚ ਇਹਦਾ ਸਰੀਰ ਮੜਿਆ ਹੋਇਆ ਹੈ। ਤੇ ਇਹਦੇ ਨਾਲ ਦੂਸਰਾ ਜਿਹੜਾ ਜਰਨੈਲ ਹੈ ਲੱਲਾ ਬੇਗ ਦਾ, ਬਾਦਸ਼ਾਹ ਦੀ ਫੌਜ ਦਾ, ਉਹਦਾ ਨਾਮ ਹੈ ਗੁਲ ਖਾਂ, ਜਿਹਦੇ ਕੋਲ ਬਹੁਤ ਵੱਡੇ ਜੰਗ ਕਰਨ ਦਾ ਤਜਰਬਾ ਹੈ। ਇਹਨੇ ਵੀ ਪਹਿਲਾਂ ਵੀ ਕਈ ਜੰਗ ਲੜੇ ਹਨ ਤੇ ਬਾਦਸ਼ਾਹ ਨੂੰ ਜਿੱਤ ਦਿਵਾਈ ਹੈ।
ਜਾਗੈ 7000 ਦੀ ਵੱਡੀ ਫੌਜ ਰਾਤ ਵੇਲੇ ਇਹਨਾਂ ਨੇ ਜਾਂਦਿਆਂ ਸਾਰ ਹੀ ਨੁਕਸਾਨ ਕਰਵਾ ਲਿਆ ਹੈ ਤੇ ਉਸ ਨੁਕਸਾਨ ਤੋਂ ਬਾਅਦ 8000 ਦਾ ਇੱਕ ਦਲ ਹੋਰ ਤੋਰਿਆ ਹੈ। 7000 ਨ ਚੋਬਤ ਮਾਮਣ ਬੇਦ ਪਰੇ ਬੜ ਰੌਰ ਕਰੇ ਰਸਬੀਰ ਸੁਪੰਗਾ। ਉਸ ਵੇਲੇ ਨਗਾਰਿਆਂ ਤੇ ਫਿਰ ਚੋਟ ਲੱਗੀ ਹੈ ਪਹਿਲਾਂ ਦੀ ਤਰ੍ਹਾਂ। ਚੋਬ ਦਮਾਮਣ ਬ੍ਰਿੰਦ ਭਰੇ ਬੜ ਰੌਰ ਕਰੇ ਰਸਬੀਰ ਭਰੇ ਪਏ। ਅੱਗੇ ਕਹਿਣ ਲੱਗੇ ਕਿ ਬਹੁਤ ਵੱਡਾ ਜੰਗ ਦੇ ਮੈਦਾਨ ਦੇ ਵਿੱਚ ਰੌਲਾ ਮੱਚਿਆ ਹੈ, ਇਹਨਾਂ ਦੇ ਅੰਦਰ ਭਾਰੀ ਜੋਸ਼ ਹੈ ਤੇ ਮਾੜ ਧਾੜ ਕਰਦੇ ਹੋਏ ਸਤਿਗੁਰਾਂ ਦੇ ਦਲ ਵਾਲੇ ਪਾਸੇ ਵਧੇ ਹਨ। ਵੀਰ ਕਹੇ ਬਲ ਠਾਨ ਫਿਰੇ ਤਿਨ ਤੀਨੋਂ ਕਾਰਜ ਜੀ ਰੰਗ ਲਾਗੇ। ਪਰ ਕਵੀ ਜੀ ਕਹਿਣ ਲੱਗੇ ਕਿ ਆਖਰਕਾਰ ਇਹ ਵੀ ਜਿਹੜਾ ਦਲ ਹੈ ਭਾਵੇਂ ਜੋਸ਼ ਦੇ ਨਾਲ ਚੱਲਿਆ ਹੈ, ਪਰ ਸੂਰਮੇ ਉੱਥੇ ਕੀ ਕਰਨਗੇ? ਭਾਵੇਂ ਕਿੰਨਾ ਵੱਡਾ ਤਜਰਬਾ ਹੋਵੇ, ਜਿੱਥੇ ਸਾਹਮਣੇ ਜੰਗ ਦੇ ਮੈਦਾਨ ਦਾ ਕੋਈ ਭੇਤ ਹੀ ਨਾ ਹੋਵੇ, ਮੈਦਾਨ ਬਾਰੇ ਕੁਝ ਪਤਾ ਹੀ ਨਾ ਹੋਵੇ, ਤੇ ਜਿਹੜੀ ਸੈਨਾ ਦੇ ਨਾਲ ਲੜਨਾ ਹੈ, ਜਦੋਂ ਉਹਦੀ ਮੋਰਚਾਬੰਦੀ ਦੇ ਉਹਦੇ ਢੰਗ ਤਰੀਕੇ ਦਾ ਨਾ ਤਾਂ ਕੁਛ ਰਾਤ ਵੇਲੇ ਦਿਸ ਰਿਹਾ ਹੈ ਤੇ ਨਾ ਹੀ ਉਸ ਇਲਾਕੇ ਦਾ ਭੇਤ ਹੈ, ਤੇ ਇਸ ਤਰ੍ਹਾਂ ਫਿਰ ਕਿਸੇ ਓਪਰੀ ਜਗ੍ਹਾ ਤੇ ਜਾ ਕੇ ਰਾਤ ਵੇਲੇ ਫੌਜ ਲੜੇਗੀ ਤੇ ਮਰੇਗੀ ਹੀ ਮਰੇਗੀ। ਕਹਿਣ ਲੱਗੇ ਇਹਨਾਂ ਦੇ ਕੋਲ ਤਜਰਬਾ ਕੋਈ ਨਹੀਂ ਹੈ, ਭੇਤ ਕੋਈ ਨਹੀਂ ਇਲਾਕੇ ਦਾ। ਦੂਸਰੇ ਪਾਸੇ ਗੁਰੂ ਕੇ ਸਿੱਖ ਇੱਕ ਢੰਗ ਦੇ ਨਾਲ ਇੱਕ ਤਰਤੀਬ ਦੇ ਵਿੱਚ ਖੜ ਕੇ ਮੋਰਚਾਬੰਦੀ ਕਰਕੇ ਆਪਣੇ ਸਰੀਰ ਦਾ ਬਚਾਓ ਕਰਦੇ ਹੋਏ ਅੱਗੇ ਡਟੇ ਸਨ। ਤੇ ਕਹਿਣ ਲੱਗੇ ਇਹ ਵੱਡਾ ਦਲ ਇੱਕ ਹੋਰ ਚੱਲਿਆ ਹੈ ਤੇ ਬਾਕੀ ਅਸਲ ਦੇ ਵਿੱਚ ਥੱਕੇ ਤੇ ਭੁੱਖੇ ਔਰ ਠੰਡ ਦੇ ਸਤਾਏ ਹੋਏ ਇਹ ਵੀ ਸਾਰੇ ਹਨ। ਕਾਲ ਕੇ ਪ੍ਰੇਰੇ ਕਹਾਂ ਬਸ ਚਾਲੇ ਹਵੇ ਨਾ ਸੰਭਾਲਣ ਜਾਤ ਹੈ ਭਾਗੇ। ਤੇ ਮੌਤ ਦੇ ਕਾਲ ਦੇ ਪ੍ਰੇਰੇ ਹੋਏ, ਕਾਲਕ ਪ੍ਰੇਰੇ ਕਹਾਂ ਬਸ ਚਾਲੇ। ਕਹਿਣ ਲੱਗੇ ਇਹਨਾਂ ਦੇ ਉੱਪਰ ਕੀ ਵਸ ਹੈ, ਇਹਨਾਂ ਦਾ ਆਪਣਾ ਤੇ ਇਹਦੇ ਜਰਨੈਲ ਦਾ। ਅਸਲ ਦੇ ਵਿੱਚ ਰਾਤ ਦਾ ਵੇਲਾ ਹੈ, ਇਹਨਾਂ ਦੀ ਸੁਰਤੀ ਨੇ ਕੰਮ ਨਹੀਂ ਕੀਤਾ ਤੇ ਇੰਜ ਲੱਗਦਾ ਕਾਲ ਮੌਤ ਇਹਨਾਂ ਨੂੰ ਖਿੱਚ ਖਿੱਚ ਕੇ ਲਿਆ ਰਹੀ ਹੈ ਉਧਰਲੇ ਪਾਸੇ, ਮੌਤ ਦੇ ਮੂੰਹ ਦੇ ਵਿੱਚ ਆਪ ਜਾ ਕੇ ਪੈ ਰਹੇ ਹਨ। ਕਾਲ ਕੇ ਪ੍ਰੇਰੇ ਕਹਾਂ ਬਸ ਚਾਲੇ ਤਿੰਨੋਂ ਕਾਨ। ਤੇ ਕਹਿਣ ਲੱਗੇ ਹਵੈ ਨਾ ਸੰਭਾਰਨ ਜਾਤ ਹੈ ਭਾਗੇ। ਜਦੋਂ ਫਿਰ ਅੱਗੇ ਜਾਂਦੇ ਹਨ, ਗੁਰੂ ਕੇ ਲਾਲ ਐਸਾ ਹਮਲਾ ਕਰਦੇ ਹਨ ਘਮਸਾਨ ਦਾ, ਇਹਨਾਂ ਤੋਂ ਫਿਰ ਆਪਣਾ ਆਪ ਸੰਭਾਲਿਆ ਨਹੀਂ ਜਾਂਦਾ ਤੇ ਦੌੜਦੇ ਹਨ। ਜਾਨ ਬਡੋ ਦਲ ਆਏ ਗਇਓ ਤਬ ਜੋਧ ਪ੍ਰੇਰੇ ਤੁੰਗ ਅਗਾਰੀ। ਉਧਰ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਿਹੜਾ ਮਹਾਨ ਜਰਨੈਲ ਰਾਏ ਜੋਧ ਸ਼ਾਹ, ਉਹਨੇ ਦੇਖ ਲਿਆ ਹੈ ਇੱਕ ਦਲ ਤਾਂ ਅਸੀਂ ਡੇਗ ਲਿਆ ਹੈ, ਪਰ ਉਸੇ ਤਰ੍ਹਾਂ ਦਾ ਇੱਕ ਬਹੁਤ ਵੱਡਾ ਦਲ ਇੱਕ ਪਾਸਿਓਂ ਹੋਰ ਮਿਸਾਲਾਂ ਲੈ ਕਰਕੇ ਤੇ ਉੱਚੀ ਸਾਰੀ ਨਗਾਰੇ ਵਜਾਉਂਦਾ ਹੋਇਆ ਰੌਲਾ ਪਾਉਂਦਾ ਹੋਇਆ ਇੱਕ ਦਲ ਹੋਰ ਵੱਧ ਗਿਆ ਹੈ। ਪਹਿਲਾਂ ਤਾਂ ਇਹਨੇ ਆਪਣੇ ਭਰਾ ਨੂੰ ਜੰਗ ਦੇ ਮੈਦਾਨ ਦੇ ਵਿੱਚ ਅੱਗੇ ਭੇਜਿਆ ਸੀਗਾ, ਹੁਣ ਰਾਏ ਜੋਧ ਖੁਦ ਆਪ ਤਿਆਰੀ ਕਰਕੇ ਕਹਿਣ ਲੱਗੇ ਕਿ ਉਸੇ ਵੇਲੇ ਜਿੱਧਰਲੇ ਪਾਸੇ ਇਹ ਦਲ ਵੱਧ ਰਿਹਾ ਹੈ, ਰਾਏ ਜੋਧ ਆਪਣੇ ਸਾਥੀਆਂ ਨੂੰ ਆਪਣੇ ਯੋਧਿਆਂ ਨੂੰ ਨਾਲ ਲੈ ਕੇ ਉਧਰ ਆਇਆ ਹੈ। ਸਾਸ ਨੇ ਸੁਆਨ ਮਿਲਿਓ ਸੁਖ ਪੂਜਤ ਨੇ ਸੁਖ ਸਾਰ ਉਚਾਰੀ। ਉਸ ਵੇਲੇ ਆ ਕੇ ਇਹ ਆਪਣੇ ਭਰਾ ਨੂੰ ਮਿਲਿਆ, ਜਿਹੜਾ ਇਹਦਾ ਭਰਾ ਸਲੇਮ ਸ਼ਾਹ ਅੱਗੇ ਹੋ ਕੇ ਅੱਗੇ ਆਣ ਕੇ ਕਾਫੀ ਤੇ ਇਹਨਾਂ ਦੇ ਨਾਲ ਲੜ ਰਿਹਾ ਸੀਗਾ। ਕਹਿਣ ਲੱਗੇ ਸਾਹੋ ਸਲੇਮ ਸੋ ਆਣ ਮਿਲਿਓ ਸੁਖ ਬੂਝਤ ਨੇ ਸੁਖ ਸਾਰ ਉਚਾਰੀ। ਆਪਸ ਦੇ ਵਿੱਚ ਪੁੱਛਿਆ ਹੈ ਕਿ ਭਾਈ ਆਪਣਾ ਕਿੰਨਾ ਕੁ ਨੁਕਸਾਨ ਹੋਇਆ ਹੈ ਤੇ ਕਿੰਨੀ ਕੁ ਫੌਜ ਬਚੀ ਹੈ ਤੇ ਕਿੰਨਾ ਕੁ ਅਸਲਾ ਜਾਂ ਤੀਰ ਸਾਡੇ ਪਾਸ ਹਨ। ਇੱਕ ਦੂਜੇ ਨਾਲ ਥੋੜ੍ਹੀ ਜਿਹੀ ਵਿਚਾਰ ਕਰਨ ਤੋਂ ਬਾਅਦ ਇਹ ਦੋਨੋਂ ਭਰਾ ਇਸ ਵੱਡੇ ਦਲ ਦਾ ਮੁਕਾਬਲਾ ਕਰਨ ਵਾਸਤੇ ਰਾਤ ਵੇਲੇ ਇੱਕ ਦੂਜੇ ਨਾਲ ਸਲਾਹ ਕਰਕੇ ਤਿਆਰ ਹੋਏ ਹਨ। ਜੋ ਕਟ ਆਪਸ ਮੈਂ ਮਰ ਗਏ ਹਮ ਦੂਰ ਕਰੇ ਸਭ ਰੀਤ ਨਿਹਾਰੀ। ਤੇ ਉਸ ਵੇਲੇ ਸਲੇਮ ਸ਼ਾਹ ਆਪਣੇ ਭਰਾ ਰਾਏ ਜੋਧ ਸ਼ਾਹ ਨੂੰ ਆਖਦਾ ਹੈ, ਕਹਿਣ ਲੱਗਾ ਅਸੀਂ ਆਰੰਭ ਦੇ ਵਿੱਚ ਬਹੁਤ ਵੱਡਾ ਹਮਲਾ ਕੀਤਾ, ਹਮਲਾ ਕਰਕੇ ਪਿਛਾਂ ਹਟ ਗਏ, ਫਿਰ ਅਸੀਂ ਗੋਲੀਆਂ ਦੇ ਨਾਲ ਤੀਰਾਂ ਦੇ ਨਾਲ ਹਮਲਾ ਕੀਤਾ, ਇਹ ਆਪਸ ਦੇ ਵਿੱਚ ਹੀ ਉਲਝ ਗਏ, ਡਟ ਗਏ, ਫਿਰ ਤਲਵਾਰਾਂ ਦੇ ਨਾਲ ਜਾ ਕੇ ਅਸੀਂ ਵੱਡਾ ਪ੍ਰਹਾਰ ਕੀਤਾ ਹੈ ਤੇ ਇਹਨਾਂ ਦੀ ਥੱਕੀ ਹੋਈ ਜਿਹੜੀ ਬਹੁਤ ਵੱਡੀ ਸੈਨਾ ਹੈ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ, ਧਰਤੀ ਤੇ ਡੇਗ ਦਿੱਤਾ ਹੈ। ਇਸ ਤਰ੍ਹਾਂ ਸਲੇਮ ਸ਼ਾਹ ਨੇ ਜਿਹੜਾ ਪਹਿਲਾ ਦਲ ਜਿਵੇਂ ਖਤਮ ਕੀਤਾ ਹੈ,
ਸਾਰਾ ਹਾਲ ਆਪਣੇ ਭਰਾ ਨੂੰ ਸੁਣਾਇਆ ਹੈ। ਆਪ ਹੀ ਤੇ ਬਿਨ ਮਾਰ ਮਰੇ ਗੁਰਪੂਰਨ ਕੋ ਸੋ ਪ੍ਰਾਪਤ ਭਾਰੀ। ਤੇ ਕਹਿਣ ਲੱਗੇ ਕਿ ਹੁਣ ਆਪ ਹੀ ਤੇ ਬਿਨ ਮਾਰੇ ਮਰੇ। ਸਲੇਮ ਸ਼ਾਹ ਕਹਿਣ ਲੱਗਾ ਹੈ ਕਿ ਭਾਈ ਇਹ ਤਾਂ ਆਪਸ ਦੇ ਵਿੱਚ ਹੀ ਬਾਅਦ ਵਿੱਚ ਉਲਝ ਗਏ ਸਨ। ਇੰਨੇ ਕਹਿਣ ਲੱਗੇ ਜੰਗ ਦੇ ਮੈਦਾਨ ਦੇ ਵਿੱਚ ਇੰਨੀ ਹਫੜਾ ਦਫੜੀ ਮੱਚੀ ਹੈ, ਇਹਨਾਂ ਦੇ ਦਲਾਂ ਨੇ ਇੱਕ ਦੂਜੇ ਦੇ ਆਪਣੇ ਉੱਪਰ ਹੀ ਤੀਰਾਂ ਦੇ ਨਾਲ ਤੇ ਗੋਲੀਆਂ ਦੇ ਨਾਲ ਪ੍ਰਹਾਰ ਕਰਨਾ ਸ਼ੁਰੂ ਕਰ ਦਿੱਤਾ। ਰਾਤ ਦੇ ਵੇਲੇ ਪਤਾ ਨਹੀਂ ਲੱਗ ਰਿਹਾ ਸੀਗਾ ਤੇ ਕਹਿਣ ਲੱਗੇ ਅਸੀਂ ਫਿਰ ਪਿੱਛੇ ਹਟ ਗਏ ਤੇ ਦੂਰ ਤੋਂ ਅਸੀਂ ਇਹਨਾਂ ਦੇ ਦਲ ਦੇ ਉੱਪਰ ਬਹੁਤ ਵੱਡੇ ਜਿਹੜੇ ਵਾਰ ਉਹ ਕੀਤੇ ਹਨ। ਤੇ ਉਸੇ ਵੇਲੇ ਜਦੋਂ ਇਸ ਤਰ੍ਹਾਂ ਦੀਆਂ ਵਿਚਾਰਾਂ ਕਰ ਰਹੇ ਸਨ ਤੇ ਦੋ ਜਰਨੈਲਾਂ ਦੇ ਥੱਲੇ 8000 ਦੀ ਜਿਹੜੀ ਇੱਕ ਹੋਰ ਵੱਡੀ ਫੌਜ ਹੈ ਉਹ ਬੜੀ ਤੇਜ਼ੀ ਦੇ ਨਾਲ ਅੱਗੇ ਵੱਧ ਰਹੀ ਹੈ। 8000 ਪਰਿਓ ਦਲ ਆਏ, ਉਠਾਏ ਸਕੇ ਨਾ ਤੋ ਫੰਗਨ ਕੋ। ਪਰ ਇਹ ਚੰਗੇ ਢੰਗ ਦੇ ਨਾਲ ਗੋਲੀਆਂ ਦੇ ਨਿਸ਼ਾਨੇ ਇਹ ਵੀ ਨਹੀਂ ਲਾ ਸਕੇ ਤੇ ਸੋਹਣੇ ਢੰਗ ਦੇ ਨਾਲ ਤੀਰ ਇਹ ਵੀ ਨਹੀਂ ਚਲਾ ਸਕੇ। ਇਹਨਾਂ ਦੇ ਕੋਲੋਂ ਬੰਦੂਕਾਂ ਔਰ ਤੀਰ ਸੰਭਾਲੇ ਨਹੀਂ ਗਏ ਹਨ। ਇਹਨਾਂ ਦਾ ਜਿਹੜਾ ਜਰਨੈਲ ਲੱਲਾ ਬੇਗ ਉਹਨੇ ਪ੍ਰੇਰ ਕੇ ਤਾਂ ਭੇਜ ਦਿੱਤਾ ਕਿ ਭਾਈ ਹੁਣੇ ਹਮਲਾ ਕਰੋ, ਪਰ ਕਹਿਣ ਲੱਗੇ ਕਿ ਸੀਤ ਤੇ ਹੋਏ ਰਹੇ ਜੜ ਕੇ ਸਮ। ਇਹ ਠੰਡ ਦੇ ਕਰਕੇ ਇਹਨਾਂ ਦੇ ਹੱਥ ਜਿਹੜੇ ਸਨ ਉਹ ਪੱਥਰਾਂ ਵਰਗੇ ਬਣੇ ਹੋਏ ਸਨ ਤੇ ਕਹਿਣ ਲੱਗੇ ਕਿ ਹੁਣ ਆ ਤਾਂ ਗਏ ਪਰ ਪ੍ਰੇਰਿਤ ਅਗਰ ਤਰੰਗਨ ਕੋ। ਇੱਕ ਦੂਜੇ ਨੂੰ ਪ੍ਰੇਰ ਰਹੇ ਸਨ ਅੱਗੇ ਜੰਗ ਵਾਸਤੇ ਤੇ ਬੰਦੂਕਾਂ ਚਲਾਉਣ ਵਾਸਤੇ। ਤੇ ਦੂਸਰੇ ਪਾਸੇ ਜਿਹੜਾ ਰਾਏ ਜੋਧ ਹੈ ਇਹਦੇ ਜਿਹੜੇ ਜਰਨੈਲ ਸਨ ਇਹ ਤਿਆਰ ਬਰ ਤਿਆਰ ਸਨ। ਵੱਖਰੇ ਵੱਖਰੇ ਥਾਵਾਂ ਤੇ ਗੁਰੂ ਵਾਲੇ ਪਾਸੇ ਅੰਗੀਠੇ ਲੱਗੇ ਹੋਏ ਸਨ, ਲੱਕੜਾਂ ਦੇ ਧੂਏ ਇਹਨਾਂ ਨੇ ਲਾਏ ਹੋਏ ਸਨ ਤੇ ਉਡੀਕ ਰਹੇ ਸਨ। ਫੌਜਾਂ ਤਿਆਰ ਬਰ ਤਿਆਰ ਆਪਣੇ ਮੋਰਚਿਆਂ ਤੇ ਡਟੀਆਂ ਹੋਈਆਂ ਸਨ, ਜਿਨ੍ਹਾਂ ਨੂੰ ਕੋਈ ਭੁੱਖ ਦੀ ਤੇ ਠੰਡ ਦੀ ਕਿਸੇ ਤਰ੍ਹਾਂ ਦੀ ਕੋਈ ਪਰਵਾਹ ਨਹੀਂ ਹੈ। ਇਹ ਉਡੀਕ ਰਹੇ ਸਨ ਤੇ ਜਿਨ੍ਹਾਂ ਦੇ ਮਨਾਂ ਦੇ ਵਿੱਚ ਭੋਰਾ ਵੀ ਆਲਸ ਨਹੀਂ ਹੈ, ਜਿਨ੍ਹਾਂ ਦੇ ਸਰੀਰਾਂ ਦੇ ਉੱਪਰ ਇੱਕ ਇੱਕ ਜਿਹੜਾ ਯੋਧਾ ਕਈਆਂ ਦਾ ਮੁਕਾਬਲਾ ਕਰ ਰਿਹਾ ਸੀਗਾ ਤੇ ਖਤਮ ਕਰ ਰਿਹਾ ਸੀਗਾ। ਦੂਸਰੇ ਪਾਸੇ ਰਾਏ ਜੋਧ ਦੀ ਜਿਹੜੀ ਸੈਨਾ ਹੈ ਉਹ ਬਿਲਕੁਲ ਤਿਆਰ ਹੈ ਤੇ ਵੱਡਾ ਕਮਸਾਨ ਕਰ ਰਹੀ ਹੈ। ਤੇ ਸਾਵਧਾਨ ਹੋ ਕਰਕੇ ਚੁਸਤੀ ਤੇ ਫੁਰਤੀ ਦੇ ਨਾਲ ਬਹੁਤ ਵੱਡੀ ਗਿਣਤੀ ਦੇ ਵਿੱਚ ਸਭ ਆਯੁੱਧ ਆਵਤ ਸ਼ਤਰਨ ਭੰਗਣ ਕੋ ਤੇ ਦੁਸ਼ਮਣਾਂ ਦੇ ਦਲਾਂ ਨੂੰ ਖਤਮ ਕਰਨ ਵਾਸਤੇ ਅੱਗੇ ਵਧੇ ਹਨ। 1000 ਵੱਡੀ ਗਿਣਤੀ ਦੇ ਵਿੱਚ ਜਿਹੜੀ ਫੌਜ ਹੈ ਉਹਨੇ ਬਹੁਤ ਵੱਡੇ ਵਾਰ ਕਹਿਣ ਲੱਗੇ। ਉਸ ਵੇਲੇ ਜਿਹੜਾ ਅੱਗੋਂ 8000 ਦਾ ਦਲ ਆ ਰਿਹਾ ਹੈ, ਰਾਏ ਜੋਧ ਦੇ ਸਾਥੀਆਂ ਨੇ ਜਰਨੈਲਾਂ ਨੇ ਅੱਗੇ ਡਟ ਕੇ ਤੇ ਹਜ਼ਾਰਾਂ ਦੀ ਗਿਣਤੀ 'ਚ ਤੀਰ ਤੇ ਗੋਲੀਆਂ ਦੇ ਵਾਰ ਕੀਤੇ ਹਨ। ਸਮੁਖ ਰੌਣ ਕੋ ਸ਼ੋਰ ਦਈ ਤੁਰਕਣ ਲਗੀ ਤਨ ਕਾਰਨ ਕੋ। ਤੇ ਉਸ ਵੇਲੇ ਫਿਰ ਬਹੁਤ ਵੱਡੀ ਗਿਣਤੀ ਦੇ ਵਿੱਚ ਸਮੁਖ ਰੌਰ ਕੋ ਛੋਰ ਦਈ ਤੁਰਕਾਨ ਕਹਿਣ ਲੱਗੇ। ਵੱਡੀ ਗਿਣਤੀ ਵਿੱਚ ਤੁਰਕਾਂ ਦੇ ਉੱਪਰ ਇਹ ਬਹੁਤ ਵੱਡਾ ਹਮਲਾ ਰਾਏ ਜੋਧ ਤੇ ਸਲੇਮ ਸ਼ਾਹ ਇਹ ਜਿਹੜੇ ਦੋ ਭਰਾ ਸਨ ਇਹਨਾਂ ਨੇ ਕੀਤਾ ਹੈ ਤੇ ਵੱਡੀ ਗਿਣਤੀ 'ਚ ਗੋਲੀਆਂ ਦਾ ਪ੍ਰਹਾਰ ਹੋਇਆ ਹੈ। ਇੱਕ ਵਾਰੀ ਵਾਰ ਕਰਕੇ ਤੇ ਫਿਰ ਦੁਬਾਰਾ ਬੰਦੂਕਾਂ ਦੇ ਵਿੱਚ ਗੋਲੀਆਂ ਭਰ ਕੇ ਪਲੀਤੇ ਦਿਖਾ ਕੇ ਤੇ ਝੱਟ ਹੀ ਫਿਰ ਦੁਬਾਰਾ, ਕਿਉਂਕਿ ਜਿਉਂ-ਜਿਉਂ ਦਲ ਵੱਡੀ ਗਿਣਤੀ 'ਚ ਨੇੜੇ ਆ ਰਿਹਾ ਹੈ ਤਿਉਂ-ਤਿਉਂ ਗੁਰੂ ਕੇ ਸਿੱਖ ਤੇਜ਼ੀ ਦੇ ਨਾਲ ਬੰਦੂਕਾਂ ਦੇ ਵਿੱਚ ਗੋਲੀਆਂ ਭਰ ਕੇ ਕਮਾਨਾਂ ਦੇ ਵਿੱਚ ਤੀਰ ਲਾ ਕੇ ਇੱਕੇ ਦਮ ਤੇਜ਼ੀ ਦੇ ਨਾਲ ਵਾਰ ਦੁਸ਼ਮਣਾਂ ਦੇ ਉੱਪਰ ਕਰਦੇ ਹਨ। ਤੇ 8000 ਦੀ ਫੌਜ ਖਤਮ ਕਰਨ ਵਾਸਤੇ ਬੜੀ ਤੇਜ਼ੀ ਦੇ ਨਾਲ
ਫੁਰਤੀ ਦੇ ਨਾਲ ਗੁਰੂ ਕੇ ਜਰਨੈਲਾਂ ਨੇ ਮੁਕਾਬਲਾ ਕੀਤਾ ਹੈ। ਪੂਰਨਤਾ ਇਮਤਾਰ ਮਹਾ ਕੈ ਜੋਦਨ ਮਾਰ ਬੜੀ ਕਰਵਾਈ। ਤੇ ਉਸ ਵੇਲੇ ਫਿਰ ਕਹਿਣ ਲੱਗੇ ਕਿ ਹੁਣ ਬੜੀ ਕਾਹਲੀ ਦੇ ਨਾਲ ਉਸ ਵੇਲੇ ਵੱਡੀ ਗਿਣਤੀ ਵਿੱਚ ਆਪਣੇ ਯੋਧਿਆਂ ਨੂੰ ਲਲਕਾਰ ਕੇ ਰਾਏ ਜੋਧ ਨੇ, ਭਾਵੇਂ ਇਹਦੀ ਸੈਨਾ ਥੋੜ੍ਹੀ ਹੈ ਪਰ ਕਾਹਲੀ ਦੇ ਨਾਲ ਇਹਨਾਂ ਨੇ ਬਹੁਤ ਵੱਡੇ ਵਾਰ ਗੁਰੂ ਕੇ ਸਿੱਖਾਂ ਨੇ ਉਸ ਵੇਲੇ ਬਾਦਸ਼ਾਹ ਦੀ ਜਿਹੜੀ ਵੱਡੀ ਫੌਜ ਹੈ ਉਹਦੇ ਉੱਪਰ ਕੀਤਾ ਹੈ। ਚਾਰ ਕਰੇ ਇਮਵਾਰ ਬੰਦੂਕਣ ਇੱਕ ਹੀ ਵਾਰ ਨਸ਼ਕਤ ਚਲਾਈ। ਔਰ ਇੱਕ ਇੱਕ ਜਰਨੈਲ ਨੇ ਇੱਕ ਦੂਜੇ ਨੂੰ ਲਲਕਾਰ ਕੇ ਤੇ ਥੋੜੇ ਕੁ ਸਮੇਂ ਦੇ ਵਿੱਚ ਚਾਰ ਚਾਰ ਵਾਰ ਬੰਦੂਕਾਂ ਦੇ ਵਿੱਚ ਗੋਲੀਆਂ ਭਰ ਕੇ ਤੇ ਇਕੱਠਿਆਂ ਉਹਨਾਂ ਦੇ ਦਲ ਦੇ ਉੱਪਰ ਹਮਲਾ ਕੀਤਾ ਹੈ। ਪੁਰਾਣੀਆਂ ਬੰਦੂਕਾਂ ਸਨ, ਉਹਦੇ ਵਿੱਚ ਅਸਲਾ ਪਾਉਣ ਦਾ ਤਰੀਕਾ ਵੱਖਰਾ ਸੀਗਾ। ਫਿਰ ਉਹਨੂੰ ਅੱਗ ਦੇ ਕੇ ਪਲੀਤੇ ਨੂੰ ਧਖਾ ਕੇ ਗੋਲੀ ਚਲਾਈ ਜਾਂਦੀ ਸੀਗੀ। ਔਖਾ ਸੀਗਾ ਬੰਦੂਕ ਨੂੰ ਚਲਾਉਣਾ, ਪਰ ਬੜੀ ਫੁਰਤੀ ਦੇ ਨਾਲ ਜਿਉਂ ਦਲ ਆਉਂਦਾ ਵੇਖਿਆ ਹੈ, ਚਾਰ ਚਾਰ ਵਾਰ ਇੱਕ ਇੱਕ ਸੈਨਿਕ ਨੇ ਬੰਦੂਕਾਂ ਦੇ ਵਿੱਚ ਗੋਲੀਆਂ ਭਰ ਕੇ ਪਲੀਤੇ ਧਖਾ ਕੇ ਤੇ ਦੁਸ਼ਮਣਾਂ ਦੇ ਉੱਪਰ ਵੱਡੀ ਗਿਣਤੀ 'ਚ ਵਾਰ ਕੀਤੇ ਹਨ। ਤੇ ਬੰਦੂਕਾਂ ਦੇ ਵਿੱਚੋਂ ਬਹੁਤ ਵੱਡੀ ਆਵਾਜ਼ ਗਰਜ ਵੀ ਪੈਦਾ ਹੋਈ ਹੈ, ਅੱਗ ਨਿਕਲੀ ਹੈ। ਤੇ ਕਹਿਣ ਲੱਗੇ ਉਸ ਵੇਲੇ ਵੱਡੀ ਤੜਾ ਤਾੜ ਮੱਚੀ ਹੋਈ ਹੈ ਤੇ ਦੁਸ਼ਮਣਾਂ ਨੇ ਇੱਕ ਦੂਜੇ ਨੂੰ ਲਲਕਾਰਿਆ ਹੈ। 8000 ਦਾ ਜਿਹੜਾ ਦਲ ਵਧਿਆ ਸੀਗਾ ਉਹਦੇ ਉੱਪਰ ਇੰਨਾ ਜ਼ੋਰ ਦੇ ਨਾਲ ਗੁਰੂ ਕੇ ਸਿੱਖਾਂ ਨੇ ਪ੍ਰਹਾਰ ਕੀਤਾ ਕਿ ਥੋੜ੍ਹੇ ਕੁ ਸਮੇਂ ਦੇ ਵਿੱਚ ਜਿਹੜੇ ਘੋੜਿਆਂ 'ਤੇ ਚੜ੍ਹੇ ਹੋਏ ਜਰਨੈਲ ਸਨ, ਘੋੜੇ ਵੀ ਡਿੱਗ ਪਏ ਹਨ ਤੇ ਇਹ ਵੀ ਉੱਤੋਂ ਘੋੜਿਆਂ ਤੋਂ ਥੱਲੇ ਡਿੱਗੇ ਤੇ ਖਾਲੀ ਸ਼ੂਸ਼ ਤਰੰਗ ਕਹਿਣ ਲੱਗੇ ਫਿਰੇ ਹਿਹਨਾਵਤ। ਖਾਲੀ ਘੋੜੇ ਜੰਗ ਦੇ ਮੈਦਾਨ ਦੇ ਵਿੱਚ ਇੱਧਰ ਉੱਧਰ ਦੌੜ ਰਹੇ ਸਨ ਤੇ ਇਹਨਾਂ ਦੇ ਸਵਾਰ ਵੱਡੀ ਗਿਣਤੀ ਦੇ ਵਿੱਚ ਗੁਰੂ ਕੇ ਜਰਨੈਲਾਂ ਨੇ ਮੌਤ ਦੇ ਘਾਟ ਉਤਾਰ ਦਿੱਤੇ ਹਨ। ਕਹਿਣ ਲੱਗੇ ਫਿਰ ਗੁਰੂ ਸੂਰਤ ਦੌੜੇ। ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੂਰਮੇ ਦੌੜੇ ਹਨ। ਕਰੇ ਸ਼ਤਰੂ ਬੌਰੈ, ਇੰਨਾ ਜ਼ੋਰ ਦੇ ਨਾਲ ਫਿਰ ਹਮਲਾ ਕੀਤਾ ਹੈ ਕਿ ਜਿਹੜਾ ਦੁਸ਼ਮਣ ਸੈਨਿਕ ਪਾਗਲ ਹੋ ਗਏ ਹਨ। ਇਹਨਾਂ ਨੂੰ ਕੁਝ ਸੁੱਝ ਨਹੀਂ ਸੀਗਾ ਰਿਹਾ ਕਿ ਅਸੀਂ ਕਿਸ ਦਲ ਤੇ ਕਿੱਥੇ ਹਮਲਾ ਕਰਨਾ ਹੈ, ਕਿਸ ਪਾਸੇ ਵਧਣਾ ਹੈ। ਇਹਨਾਂ ਨੂੰ ਕੁਝ ਸੁੱਝਦਾ ਨਹੀਂ ਹੈ। ਰਾਤ ਦਾ ਵੇਲਾ ਹੈ, ਲੱਗੈ ਸ਼ਸਤਰ ਜੂਝੈ, ਸ਼ਸਤਰ ਪਹਿਨੇ ਹੋਏ ਹਨ ਤੇ ਇਸੇ ਤਰ੍ਹਾਂ ਜੂਝ ਰਹੇ ਹਨ। ਤੇ ਰਸਤੇ ਦੇ ਵਿੱਚ ਆਉਂਦਿਆਂ ਬਹੁਤ ਭਾਰੀ ਇਹਨਾਂ ਨੂੰ ਥਕਾਨ ਹੋਈ ਹੈ, ਥੱਕੇ ਹੋਏ ਹਨ ਤੇ ਨੀਂਦ ਨੇ ਵੀ ਸਤਾਏ ਹਨ।